ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 1 ਮਾਰਚ ਹੈਗੀ ਹੈ ਜੀ, ਦਿਨ ਸੋਮਵਾਰ, ਅਤੇ ਮੇਰੇ ਨਾਲ ਜੁੜ ਚੁੱਕੇ ਨੇ ਸੈਨ ਹੋਜ਼ੇ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ, ਨੰਬਰ 408 272 2500, 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਸੁਲੱਖਣ ਸਿੰਘ ਹਰਬੰਸ ਕੌਰ ਤੁੰਗ ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ ਸਿਟਰੋਸਾਈਟ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ, ਜੈਂਡਰ ਮੌਰਗੇਜ ਅਤੇ ਰੀਅਲ ਅਸਟੇਟ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਲੈ ਸਕਦੇ ਹੋ। ਕਮਰਸ਼ੀਅਲ ਲੋਨ, ਐਗਰੀਕਲਚਰ ਲੋਨਸ, ਹੋਮ ਲੋਨਸ ਦੇ ਲਈ, ਰੀਫਾਈਨੈਂਸ ਦੇ ਲਈ ਕਾਲ ਕਰੋ ਮੋਹਨ ਚੀਮਾ ਹੋਣਾ ਨੂੰ 559 905 2575। ਅਤੇ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਅਤੇ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕਿਆਣਾ ਹੋਣਾ ਦੇ ਨਾਲ ਸੰਪਰਕ ਕਰੋ, 415 909 0503 4159090503 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਆਪਾਂ ਜਿਹੜਾ ਹਿੰਦੁਸਤਾਨ ਦੀ ਸਰਕਾਰ ਆ ਜੋ ਉਹ ਜ਼ੁਲਮ ਕਰ ਰਹੀ ਹੈ ਮਿਨੋਰਟੀਜ਼ 'ਤੇ, ਉਹਨਾਂ ਦੀ ਗੱਲਬਾਤ ਕਰਦੇ ਜਾਈਏ। ਜੱਗੀ ਜੌਲ ਦੇ ਮਾਮਲੇ ਦੇ ਵਿੱਚ ਇੰਗਲੈਂਡ ਦੇ 140 ਮੈਂਬਰ ਪਾਰਲੀਮੈਂਟ ਜਿਹੜੇ ਆ ਉਹਨਾਂ ਨੇ ਚਿੱਠੀ ਲਿਖੀ ਹੈਗੀ ਆ। ਉਹਨਾਂ ਦੇ ਜਿਹੜੇ ਡੋਮਿਨਿਕ ਰੈਬ ਆ ਪਈ ਸਾਨੂੰ ਜਿਹੜਾ ਇਹ ਮਾਮਲਾ ਆ ਇੰਡੀਆ ਸਰਕਾਰ ਕੋਲ ਲੈ ਕੇ ਜਾਣਾ ਚਾਹੀਦਾ। ਇੰਡੀਆ ਸਰਕਾਰ ਸ਼ਰੇਆਮ ਜਗਤਾਰ ਸਿੰਘ ਜੱਗੀ ਜੌਲ ਦੇ ਕੇਸ ਵਿੱਚ ਧੱਕਾ ਕਰ ਰਹੀ ਆ। ਕਹਿੰਦੇ ਪਏ ਇਹ ਕੇਸ ਸਾਨੂੰ ਸਭ ਤੋਂ ਪਹਿਲਾਂ ਲੈਣਾ ਚਾਹੀਦਾ ਸੀ। ਜੱਗੀ ਜੌਲ ਇੰਡੀਆ ਦੇ ਵਿੱਚ ਅਕਤੂਬਰ 2017 ਦੇ ਵਿੱਚ ਆਪਣਾ ਵਿਆਹ ਕਰਨ ਗਿਆ, 3 ਵੀਕ ਹੋ ਰਿਹਾ। ਉਹ ਤੋਂ ਬਾਅਦ ਉਹਨੂੰ ਜਿਹੜਾ ਆ ਪਲੇਨ ਕਲੋਥਸ ਪੁਲਿਸ ਆਫਿਸਰ ਨੇ ਪੰਜਾਬ ਦੇ ਵਿੱਚੋਂ ਅਰੈਸਟ ਕਰ ਲਿਆ ਅਤੇ ਅਬਡਕਟ ਕੀਤਾ ਉਹਨੂੰ, ਅਤੇ ਉਹਦੇ 'ਤੇ ਝੂਠੇ ਜਿਹੜੇ ਆ ਉਹ ਚਾਰਜਸ ਲਾਏ। ਕਹਿੰਦੇ ਪਈ 145 ਵਾਰੀ ਕੋਰਟ ਦੇ ਵਿੱਚ ਪੇਸ਼ੀ ਹੋਈ, ਹਮੇਸ਼ਾ ਹੀ ਉਸ ਨੂੰ ਜਿਹੜਾ ਆ ਕੋਰਟ ਅਪੀਅਰੈਂਸ ਤੋਂ ਬਾਅਦ ਜਿਹੜਾ ਉਹਨੂੰ ਡਿਲੇ ਕਰਦੇ ਰਹੇ 145 ਵਾਰੀ ਤੋਂ ਵੀ ਬਾਅਦ। ਸੋ ਇੱਕ ਚਾਰਜ ਉਹਨਾਂ ਨੇ ਜਿਹੜਾ ਲਾਇਆ ਹੈਗਾ ਵੀ 3000 ਪਾਉਂਡ ਉਸਨੇ ਇੱਕ ਸਿੱਖ ਨੂੰ ਦਿੱਤਾ ਤਾਂ ਕਿ ਉਹ RSS ਦੇ ਰਾਸ਼ਟਰੀ ਸਿੱਖ ਸੰਗਤ ਦੇ ਇੱਕ ਮੈਂਬਰ ਨੂੰ ਮਾਰ ਸਕੇ। ਸੋ ਇਹ ਵੀ ਜਿਹੜਾ ਕਹਿੰਦੇ ਚਾਰਜ ਦਿੱਤਾ ਆ। ਜਦੋਂ ਜੱਗੀ ਜੌਲ ਨੂੰ ਅਰੈਸਟ ਕੀਤਾ ਗਿਆ ਸੀ ਉਸ ਦੇ ਉੱਤੇ ਉਹਨਾਂ ਨੇ ਬਿਜਲੀ ਲਾਈ, ਬਿਜਲੀ ਦੀਆਂ ਤਾਰਾਂ ਲਾਈਆਂ, ਡਰਾ ਧਮਕਾ ਕੇ ਉਸ ਤੋਂ ਜਿਹੜੀ ਸਟੇਟਮੈਂਟ ਜਿਹੜੀ ਲਿਖਵਾਈ ਆ ਵੀ ਹਾਂ ਮੈਂ 3000 ਪਾਉਂਡ ਦਿੱਤਾ ਸੀਗਾ। ਸੋ 145 ਮੈਂਬਰ ਪਾਰਲੀਮੈਂਟ ਉਹ ਕਹਿੰਦੇ ਵੀ ਹੁਣ ਪ੍ਰਾਈਮ ਮਿਨਿਸਟਰ ਨੂੰ ਵੀ ਬੋਰਿਸ ਜੌਨਸਨ ਨੂੰ ਜਿਹੜੀ ਆ ਇੰਡੀਆ ਦੇ ਪ੍ਰਾਈਮ ਮਿਨਿਸਟਰ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈਗੀ ਆ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ UK 'ਚ G7 ਜਿਹੜੀ ਗੈਦਰਿੰਗ ਹੋਣੀ ਹੈਗੀ ਆ, ਇਹ ਮੁੱਦਾ ਜਿਹੜਾ ਉਠਾਇਆ ਜਾ ਸਕੇ। ਸੋ ਇਹ ਦੇਖੋ ਵੀ ਕਿੰਨਾ ਧੱਕਾ ਉੱਥੇ ਇੰਡੀਆ ਦੀ ਸਰਕਾਰ ਕਰ ਰਹੀ ਆ। ਜਦੋਂ ਆ ਕਿਸਾਨ ਮੋਰਚਾ ਵੀ ਚੱਲਿਆ ਸੀ, ਰਾਜ ਕਨਵੀਰ ਸਿੰਘ ਜੀ, ਸਭ ਤੋਂ ਪਹਿਲੇ ਦਿਨ ਅਸੀਂ ਇਹ ਕਿਹਾ ਸੀ ਵੀ ਕਿਸੇ ਨੂੰ ਪੈਸੇ ਨਾ ਭੇਜੋ, ਤੁਹਾਨੂੰ ਕਦੇ ਵੀ ਇਹ ਅੱਤਵਾਦੀ ਘੋਸ਼ਿਤ ਕਰ ਸਕਦੀ ਆ ਇੰਡੀਆ ਦੀ ਜਿਹੜੀ ਸਰਕਾਰ ਹੈਗੀ ਆ। ਵੀ ਆਪਣੇ ਜੇ ਕਿਸੇ ਨੇ ਪੈਸੇ ਕਿਸੇ ਨੂੰ ਭੇਜਣੇ ਵੀ ਆ, ਆਪਣੇ ਰਿਸ਼ਤੇਦਾਰ ਜਾਂ ਕੋਈ ਮਿੱਤਰ ਖਾਸ ਜਾਂ ਪਿੰਡ ਵਾਲੇ, ਉਹਨਾਂ ਨੂੰ ਹੀ ਭੇਜੋ। ਸੋ ਇਹ ਦੇਖੋ ਵੀ ਕਿੰਨਾ ਝੂਠਾ ਕੇਸ ਬਣਾ ਕੇ 3 ਸਾਲ ਦਾ ਸਮਾਂ ਹੋ ਗਿਆ, ਹਜੇ ਤੱਕ ਵੀ ਉਹਨੂੰ ਜਿਹੜਾ ਅਰੈਸਟ ਕੀਤਾ, ਤੇ 145 ਵਾਰੀ ਪੇਸ਼ ਕਰਨ ਦੇ ਬਾਵਜੂਦ ਵੀ ਹਰ ਵਾਰੀ ਜਿਹੜੇ ਆ ਕੋਰਟ ਅਪੀਅਰੈਂਸ 'ਚ ਉਹਨੂੰ ਡਿਲੇ ਕਰਦੇ ਰਹੇ ਹੈਗੇ ਆ। ਸੋ ਹੁਣ 140 ਮੈਂਬਰ ਪਾਰਲੀਮੈਂਟ ਜਿਹੜੇ ਆ ਇੰਗਲੈਂਡ ਦੇ, ਉਹ ਪੂਰੀ ਤਰ੍ਹਾਂ ਉਹਨਾਂ ਨੇ ਚਿੱਠੀ ਲਿਖੀ ਹੈਗੀ ਆ। ਜੀ ਬਿਲਕੁਲ ਇਹੀ ਨਹੀਂ, ਅੱਜ CNN ਦੇ ਵਿੱਚ ਵੀ ਇੱਕ ਆਰਟੀਕਲ ਜਿਹੜਾ ਉਹ ਛਪਿਆ ਹੈਗਾ, ਕੱਲ੍ਹ ਛਪਿਆ ਸੀਗਾ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਭਾਰਤੀ ਮੂਲ ਦੇ ਲੋਕ ਨੇ ਜਿਹੜੇ ਇੱਥੇ ਨੇ, 18 ਮਿਲੀਅਨ ਲੋਕ ਕਹਿੰਦੇ ਬਾਹਰ ਰਹਿੰਦੇ ਨੇ ਜਿਹੜੇ ਭਾਰਤ ਦੇ, ਅਤੇ ਕਹਿੰਦੇ ਜਿਹੜੇ ਇੰਡੀਅਨਸ ਆ ਉਹਨਾਂ ਨੂੰ ਕਹਿ ਰਹੇ ਆ ਵੀ ਉਹਨਾਂ ਦੇ ਅਫੇਅਰਸ ਤੋਂ ਤੁਸੀਂ ਕੀਪ ਆਊਟ ਰਹੋ, ਵੀ ਤੁਸੀਂ ਉਸ ਦੇ ਵਿੱਚ ਕੋਈ ਦਖਲਅੰਦਾਜ਼ੀ ਨਾ ਕਰੋ। ਜਦੋਂ ਪਿੱਛੇ ਵੈਸਟਰਨ ਯੂਨੀਅਨ ਕਰਨੀ ਹੁੰਦੀ ਹੈ, ਡਾਲਰ ਘੱਲਣੇ ਹੁੰਦੇ ਆ ਜਾਂ ਕੁਛ ਕਰਨਾ ਹੁੰਦਾ ਆ, ਫਿਰ NRIਆਂ ਦੇ ਦੁਆਲੇ ਹੋ ਜਾਂਦੇ ਆ ਵੀ ਆ ਜਾਓ ਜੀ, ਸਾਡੀ ਪਾਰਟੀ ਨੂੰ ਵੀ ਚੰਦਾ ਚਾਹੀਦਾ ਅਤੇ ਸਾਨੂੰ ਸਾਡੇ ਪਿੰਡ ਦੇ ਵਿੱਚ ਆਹ ਵੀ ਕਰਾ ਦਿਓ ਅਤੇ ਉਹ ਵੀ ਕਰਾ ਦਿਓ,
ਅਤੇ ਹੁਣ ਜਦੋਂ ਉੱਥੇ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਰਹੀ ਆ, ਹੁਣ ਸ਼ਰੇਆਮ ਦੇਖੋ ਸੋਸ਼ਲ ਮੀਡੀਆ ਦੇ ਉੱਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਰੋਕਾਂ ਜਿਹੜੀਆਂ ਉਹ ਲਾ ਰਹੇ ਆ, ਧੱਕਾ ਜਿਹੜਾ ਉਹ ਪੂਰਾ ਜਿਹੜਾ ਉਹ ਕਰ ਰਹੇ ਆ। ਅਤੇ ਇਸ ਮਾਮਲੇ ਦੇ ਵਿੱਚ ਦੇਖੋ ਵੀ ਉਹ ਉਹਨਾਂ ਨੂੰ ਕਹਿੰਦੇ ਆ ਵੀ ਹੁਣ ਇਹ ਸਾਡੇ ਇੰਟਰਨਲ ਮੈਟਰ ਆ, ਤੁਸੀਂ ਮਸਲਾ ਨਾ ਦਿਓ। ਜਦੋਂ ਜਾਰਜ ਫਲਾਈਡ ਦਾ ਇੱਥੇ ਹੱਤਿਆ ਹੋਈ ਸੀ ਉਦੋਂ ਬਾਲੀਵੁੱਡ ਵਾਲੇ ਵੀ ਉੱਥੇ ਬੋਲੇ ਸੀਗੇ, ਜਦੋਂ ਬਲੈਕ ਲਾਈਵ ਮੈਟਰ ਦਾ ਮਸਲਾ ਸੀਗਾ ਉਦੋਂ ਵੀ ਉਵੇਂ ਬੋਲੇ ਸੀਗੇ। ਇੱਥੋਂ ਬੈਠੇ ਪ੍ਰਾਈਮ ਮਿਨਿਸਟਰ ਨੇ ਵੀ ਟਵੀਟ ਕੀਤਾ ਸੀ। ਹਾਂ, ਜਦੋਂ 6 ਜਨਵਰੀ ਦਾ ਇੱਥੇ ਹਮਲਾ ਕੀਤਾ ਸੀਗਾ ਇੱਥੇ ਕੁਛ ਜਿਹੜੇ ਹਿੰਸਕ ਲੋਕਾਂ ਨੇ, ਤਾਂ ਉਦੋਂ ਵੀ ਉਹਨਾਂ ਨੇ ਜਿਹੜੀ ਇਹਦੇ ਉੱਤੇ ਟਿੱਪਣੀਆਂ ਕੀਤੀਆਂ ਸੀ। ਉਦੋਂ ਤਾਂ ਇੱਥੋਂ ਕਿਸੇ ਨੇ ਨਾ ਕਿਹਾ ਵੀ ਸਾਡਾ ਇੰਟਰਨਲ ਮੈਟਰ ਆ ਅਤੇ ਤੁਸੀਂ ਜਿਹੜੀ ਆ ਉਹ ਕੋਈ ਟਿੱਪਣੀ ਨਾ ਕਰੋ ਜਾਂ ਕੁਛ ਬੋਲੋ ਨਾ। ਅਤੇ ਹੁਣ ਜਦੋਂ ਉੱਥੇ ਸ਼ਰੇਆਮ ਹਿਊਮਨ ਰਾਈਟ ਵਾਇਲੇਸ਼ਨਸ ਦੀਆਂ ਗੱਲਾਂ ਆ, ਲੋਕਾਂ ਦੀ ਫਰੀਡਮ ਆਫ ਸਪੀਚ, ਫਰੀਡਮ ਆਫ ਐਕਸਪ੍ਰੈਸ਼ਨ ਦੀਆਂ ਧੱਜੀਆਂ ਡਾਈਆਂ ਜਾ ਰਹੀਆਂ, ਉਹਨਾਂ ਨੂੰ ਸੰਘੀ ਨੱਪੀ ਜਾ ਰਹੀ ਆ, ਅਤੇ ਉਦੋਂ ਕਹਿੰਦੇ ਵੀ ਇੰਟਰਨਲ ਮੈਟਰ ਆ ਉਹ ਨਾ ਕਰੋ। ਇਸ ਮਾਮਲੇ ਨੇ ਤਾਂ ਤੂੜ ਉਦੋਂ ਜ਼ਿਆਦਾ ਫੜਿਆ ਸੀਗਾ ਜਦੋਂ ਰਿਹਾਨਾ ਨੇ ਟਵੀਟ ਕੀਤਾ, ਫਿਰ ਵਾਈਸ ਪ੍ਰੈਜ਼ੀਡੈਂਟ ਦੀ ਜਿਹੜੀ ਭਾਣਜੀ ਆ ਕਮਲਾ ਹੈਰਿਸ ਦੀ, ਮੀਨਾ ਹੈਰਿਸ, ਉਸਨੇ ਜਦੋਂ ਕੀਤਾ ਸੀਗਾ, ਫਿਰ ਜਿਹੜਾ ਥੋੜ੍ਹਾ ਮਸਲਾ ਹੋਰ ਜ਼ਿਆਦਾ ਜਿਹੜਾ ਇਹ ਭਾਖਿਆ ਸੀਗਾ। ਸੋ ਉਸ ਤੋਂ ਬਾਅਦ ਦੇ ਵਿੱਚ ਕਿੱਦਾਂ ਉਹਨਾਂ ਦੇ ਪੁਤਲੇ ਵੀ ਫੂਕੇ ਆਪਾਂ ਦੇਖਿਆ ਉਹਨਾਂ ਨੇ ਵੀ ਕਿ ਇੰਨੇ ਇੱਕ ਦੇ ਉੱਤੇ ਆ। ਟੂਲ ਕਿਟ ਮਾਮਲੇ 'ਚ ਦੇਖੋ ਨੌਜਵਾਨਾਂ ਨੂੰ ਉਹਨਾਂ ਨੇ ਕਿੱਦਾਂ ਅੰਦਰ ਕਰ ਦਿੱਤਾ, ਕਿੰਨੇ ਜਰਨਲਿਸਟ ਅੰਦਰ ਕੀਤੇ ਆ, ਦੇਸ਼ ਧਰੋਹ ਦੇ ਉਹਨਾਂ ਦੇ ਚਾਰਜਸ ਪਾਏ ਆ। ਸੋ ਇਹ ਮਸਲੇ ਬਹੁਤ ਵੱਡੇ ਜਿਹੜੇ ਇਸ ਟਾਈਮ ਬਣੇ ਆ। ਬੀਤੇ ਵੀਕਐਂਡ 'ਤੇ ਖਬਰ ਆਈ ਸੀ ਜਰਮਨੀ ਵਾਲਿਆਂ ਨੇ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਕੋਈ ਹਥਿਆਰਾਂ ਦਾ ਸਮਝੌਤਾ ਜਿਹੜਾ ਹਾਲ ਦੀ ਘੜੀ ਤਾਂ ਜਿਹੜਾ ਉਹ ਨਹੀਂ ਕਰਨਾ, ਕਿਉਂਕਿ ਜਿਹੜੇ ਹਿਊਮਨ ਰਾਈਟ ਵਾਇਲੇਸ਼ਨ ਦੀਆਂ ਜਿਹੜੀਆਂ ਚਰਚਾਵਾਂ ਤੁਹਾਡੇ ਮੁਲਕ ਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਹੋ ਰਹੀਆਂ ਆ। ਉੱਧਰ UN ਹਿਊਮਨ ਰਾਈਟ ਵਾਲਿਆਂ ਨੇ ਵੀ ਇਸ ਦੇ ਉੱਤੇ ਆਪਣੀ ਜਿਹੜੀ ਉਹ ਟਿੱਪਣੀ ਦਿੱਤੀ ਆ, ਕਹਿੰਦੇ ਵੀ ਜੋ ਭਾਰਤ ਵਿੱਚ ਇਸ ਟਾਈਮ ਹੋ ਰਿਹਾ ਆ ਉਹ ਠੀਕ ਨਹੀਂ ਆ, ਅਤੇ ਕਿਸੇ ਦਾ ਵੀ ਇਸ ਤਰੀਕੇ ਦੇ ਨਾਲ ਅਧਿਕਾਰਾਂ ਨੂੰ ਜਿਹੜਾ ਉਹ ਨੱਪਣਾ ਉਹ ਮਾੜੀ ਗੱਲ ਆ। ਸੋ ਇਹ ਜਿਹੜਾ ਮਸਲਾ ਪੂਰੀ ਤਰ੍ਹਾਂ ਇਸ ਟਾਈਮ ਭਖਿਆ ਪਿਆ ਹੈ। ਅਤੇ ਉੱਧਰ ਕੱਲ੍ਹ ਹਰਜੋਤ ਸਿੰਘ ਜੀ ਆਪਣੇ ਗਵਾਂਢੀ ਮੁਲਕ ਕੈਨੇਡਾ ਦੇ ਵਿੱਚ ਬਰੈਂਪਟਨ 'ਚ ਕੁਛ ਕੁ ਜਿਹੜੇ ਆ ਸੋ ਕਾਲਡ ਮੋਦੀ ਦੇ ਜਿਹੜੇ ਸਪੋਰਟਰ ਆ ਉਹ ਉੱਥੇ ਰੈਲੀ ਕਰਨ ਚਲੇ ਗਏ। ਆਪਸ ਦੇ ਵਿੱਚ ਉਹਨਾਂ ਨੇ ਗੱਡੀਆਂ ਮਾਰ ਕੇ ਆਪਣੀ ਐਕਸੀਡੈਂਟ ਕਰ ਲਏ, ਅਤੇ ਬਾਅਦ ਦੇ ਵਿੱਚ ਜਦੋਂ ਆਪਣਿਆਂ ਨੂੰ ਪਤਾ ਲੱਗਾ ਉਹ ਫਾਰਮ ਦੇ ਜਿਹੜੇ ਪ੍ਰੋਟੈਸਟ ਦੇ ਹੱਕਾਂ ਵਾਲੇ ਆ ਉਹਨਾਂ ਨੇ ਫਿਰ ਆਪਣੀ ਰੈਲੀ ਜਿਹੜੀ ਕਰਤੀ, ਅਤੇ ਉਸ ਰੈਲੀ ਦੇ ਉਹਨਾਂ ਦੀ ਜਿਹੜੀ ਰੈਲੀ ਉਹ ਬੜੀ ਮੋਹਰੇ ਜਿਹੜੀ ਉਹ ਬੌਣੀ ਜੀ ਉਹਨਾਂ ਦੀ ਉਹ ਜਾਪਦੀ ਸੀਗੀ। ਸੋ ਇਹ ਦੇਖੋ ਜਾਣ ਬੁੱਝ ਕੇ ਕਿਸ ਤਰੀਕੇ ਦੇ ਨਾਲ ਬਾਹਰ ਬੈਠੇ ਡਾਇਸਪੋਰਾ ਆ, ਬਾਹਰ ਬੈਠੇ ਜਿਹੜੇ ਭਾਈਚਾਰੇ ਆ, ਉਹਨਾਂ ਵਿੱਚ ਵੀ ਇੱਥੇ ਕਿਸ ਤਰੀਕੇ ਦੇ ਨਾਲ ਵੰਡੀਆਂ ਜਿਹੜੀਆਂ ਉਹ ਪਾ ਰਹੇ ਹੈਗੇ ਆ। ਜੀ ਬਿਲਕੁਲ। ਅਤੇ ਆਪਾਂ ਦੇਖਿਆ ਨੌਦੀਪ ਕੌਰ ਜਿਹੜੀ ਸੀ ਉਹਨੂੰ ਛੱਡਿਆ, ਉਹਨੂੰ ਪ੍ਰੈਸ ਕਾਨਫਰੰਸ ਦੱਸਿਆ ਕਿਸ ਤਰ੍ਹਾਂ 3 ਪੁਲਿਸ ਆਫੀਸਰ ਉਹਦੇ ਉੱਤੇ ਚੜ੍ਹੇ, ਉਹਦੀ ਬਾਡੀ ਦੇ ਉੱਤੇ, ਅਤੇ ਉਹਨੂੰ ਦੱਸਿਆ ਵੀ ਕਿਸ ਤਰ੍ਹਾਂ ਇੱਕ ਜਿਹੜਾ ਹੋਰ ਪ੍ਰੋਟੈਸਟਰ ਸੀ ਉਹਨੂੰ ਅਰੈਸਟ ਕੀਤਾ, ਉਹਦੇ 9 ਵੀ ਖਿੱਚੇ ਗਏ। ਹੋਰ ਆਪਣੇ ਸਿੱਖ ਮੁੰਡੇ ਬਾਹਰ ਆ ਰਹੇ ਜਿਹੜੇ ਨਾ ਉੱਥੇ ਰੌਲਾ ਪਾ ਰਹੇ, ਨਹੀਂ ਜੀ ਇਹ ਸਾਡੀ ਤਾਂ ਸਿਰਫ ਲੜਾਈ ਜ਼ਮੀਨ ਦੀ ਆ, ਕਾਲੇ ਬਿੱਲਾਂ ਦੀ ਆ, ਹੋਰ ਕੋਈ ਧਰਮ ਦੀ ਨਹੀਂ। ਉਹ ਕਹਿੰਦੇ ਵੀ ਜਿੰਨੇ ਸਿੱਖ ਫੜੇ ਹੋ ਸੀ ਸਾਰਿਆਂ ਨੂੰ ਉਹ ਗਾਲਾਂ ਕੱਢਦੇ ਸੀ, ਸਿੱਖਾਂ ਨੂੰ ਉਹਨਾਂ ਦੀਆਂ ਪੱਗਾਂ ਨੂੰ ਗਾਲਾਂ ਕੱਢਦੇ ਸੀ। ਮੁੰਡੇ ਨੇ ਸ਼ਰੇਆਮ ਆ ਕੇ ਬਾਹਰ ਜਿਹੜਾ ਬੇਲ ਤੇ ਆਇਆ ਉਹਨੂੰ ਦੱਸਿਆ। ਸੋ ਇਹ ਸੋਚਣਾ ਚਾਹੀਦਾ ਮਿਨੋਰਟੀ ਉੱਥੇ ਬਹੁਤ ਖਤਰੇ 'ਚ ਆ, ਸਰਕਾਰ ਚਾਹੇ ਕਾਂਗਰਸ ਦੀ ਹੋਵੇ ਚਾਹੇ BJP ਦੀ ਹੋਵੇ, ਜਿਹਦੀ ਮਰਜ਼ੀ ਵੀ ਹੋਵੇ। ਸੋ ਆਪਾਂ ਨੂੰ ਫਿਰ ਇੱਕ ਵਾਰੀ ਜਿਸ ਤਰ੍ਹਾਂ ਇੰਗਲੈਂਡ ਦੇ ਵਿੱਚ ਲੱਕਲੀ ਕੀ ਆ ਵੀ 2 ਆਪਣੇ ਉੱਥੇ ਮੈਂਬਰ ਪਾਰਲੀਮੈਂਟ ਹੈਗੇ, ਤਨਮਨਜੀਤ ਢੇਸੀ ਅਤੇ ਇੱਕ ਹੋਰ ਬੀਬੀ, ਅਤੇ ਉਹਨਾਂ ਨੇ ਪੂਰਾ ਜ਼ੋਰ ਲਾ ਕੇ 140 ਮੈਂਬਰ ਪਾਰਲੀਮੈਂਟ ਹੱਕ 'ਚ ਕੀਤੇ ਆ। ਆਪਾਂ ਨੂੰ ਅਮਰੀਕਾ ਦੇ ਵਿੱਚ ਵੀ ਜਿਹੜੇ ਆ ਸਾਰੇ ਜਿਹੜੇ ਕਾਂਗਰਸਮੈਨ ਆ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਉਹਨਾਂ ਨੂੰ ਮੇਲ ਕਰਨੀ ਚਾਹੀਦੀ ਆ, ਕਾਲਾਂ ਕਰਨੀਆਂ ਚਾਹੀਦੀਆਂ। ਕਈ ਕਾਂਗਰਸਮੈਨ ਹੱਕ 'ਚ ਵੀ ਬੋਲ ਰਹੇ ਹੈਗੇ ਆ। ਫ੍ਰਿਜ਼ਨੋ ਤੋਂ ਡੇਵਿਡ ਜਿਹੜਾ ਹੈਗਾ ਵੈਲਡਾ ਉਹ ਜਿਹੜਾ ਉਹ ਤਾਂ ਕਾਂਗਰਸ ਦੇ ਵਿੱਚ ਉਸਨੇ ਸ਼ਰਧਾਂਜਲੀ ਵੀ ਦਿੱਤੀ ਹੈਗੀ ਆ ਜਿਹੜੇ ਕਿਸਾਨ ਉੱਥੇ ਸ਼ਹੀਦ ਹੋਏ ਆ। ਸੋ ਆਪਾਂ ਨੂੰ ਇੱਧਰ ਜ਼ਿਆਦਾ ਜ਼ੋਰ ਲਾਉਣਾ ਚਾਹੀਦਾ, ਨਾ ਕਿ ਰੈਲੀਆਂ ਰੂਲੀਆਂ ਦਾ। ਹੁਣ ਉੱਥੇ ਆਪਣੇ ਪੈਸੇ ਖਰਾਬ ਕਰਨੇ ਘੱਟ ਕਰੋ, ਕਿਉਂਕਿ ਇੱਕ ਤਾਂ ਤੁਸੀਂ ਗੈਸ ਖਰਚਦੇ ਆ, ਪੂਰੀ ਦਿਹਾੜੀ ਮਰਦੀ ਹੈਗੀ ਆ, ਅਤੇ ਇਹ ਜੇ ਬੈਠ ਕੇ ਇੱਕ ਘਰ 'ਚੋਂ ਹੀ 4-4 5-5 ਕਾਲਾਂ ਇਕੱਲੇ ਕਾਂਗਰਸਮੈਨ ਸੈਨੇਟਰ ਨੂੰ ਚੱਲ ਜਾਣ ਤਾਂ ਪੂਰਾ ਜਿਹੜਾ ਰੌਲਾ ਪੈ ਸਕਦਾ ਹੈਗਾ। ਜੀ ਜੀ ਬਿਲਕੁਲ। ਅਤੇ ਹਰਜੋਤ ਸਿੰਘ ਜੀ ਆਪਾਂ ਹੁਣ ਇੱਥੇ ਦੀਆਂ ਖਬਰਾਂ ਆ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਅਤੇ ਲੈਜਿਸਲੇਟਰਸ ਆ ਕਹਿੰਦੇ ਇਹਨਾਂ ਦੇ ਦਰਮਿਆਨ ਇੱਕ ਹੁਣ ਸਮਝੌਤਾ ਹੋ ਗਿਆ ਆ ਵੀ ਕੈਲੀਫੋਰਨੀਆ ਦੇ ਜਿਹੜੇ ਸਕੂਲਸ ਆ ਉਹਨਾਂ ਨੂੰ ਜਲਦ ਹੀ ਜਿਹੜਾ ਉਹ ਖੋਲ੍ਹ ਦਿੱਤਾ ਜਾਊ। $2 ਬਿਲੀਅਨ ਦੇ ਇਨਸੈਂਟਿਵ ਜਿਹੜੇ ਕੈਂਪਸਿਸ ਨੂੰ ਯਾਨੀ ਕਿ ਇੱਕ ਹਿਸਾਬ ਦੇ ਨਾਲ ਦਿੱਤੇ ਜਾਣਗੇ ਵੀ ਜਿਹੜੇ ਜਲਦੀ ਆਪਣੇ ਸਕੂਲਾਂ ਨੂੰ ਕੈਂਪਸ ਨੂੰ ਖੋਲ੍ਹਣਗੇ ਵੀ ਉਹਨਾਂ ਨੂੰ ਜਿਹੜੀ ਕੋਈ ਰਾਸ਼ੀ ਆ ਉਹ ਮਿਲ ਸਕਦੀ ਆ, ਅਤੇ $2 ਬਿਲੀਅਨ ਤੱਕ ਉਹਨਾਂ ਨੇ ਸਕੂਲ ਡਿਸਟ੍ਰਿਕਟਸ ਦੇ ਵਿੱਚ ਇਹ ਵੰਡਣੇ ਆ। ਇਹ ਅੱਜ ਹੀ ਜਿਹੜੇ ਸਮਝੌਤੇ ਦੇ ਬਾਰੇ ਜਿਹੜਾ ਉਹ ਦੱਸਿਆ ਹੈ ਡੈਮੋਕ੍ਰੇਟਿਕ ਲੈਜਿਸਲੇਟਿਵ ਲੀਡਰ ਅਤੇ ਗਵਰਨਰ ਗੈਵਿਨ ਨਿਊਸਮ ਨੇ ਜਿਹੜਾ ਉਹ ਦੱਸਿਆ ਆ। ਇਸ ਦੇ ਵਿੱਚ ਜਿਹੜਾ ਟ੍ਰਾਂਜ਼ੀਸ਼ਨਲ ਕਿੰਡਰਗਾਰਡਨ
ਤੇ ਤੋਂ ਲੈ ਕੇ ਜਿਹੜਾ ਸੈਕਿੰਡ ਗ੍ਰੇਡ ਵਾਲੇ ਆ ਉਹ 1 ਅਪ੍ਰੈਲ ਤੱਕ ਜਿਹੜੇ ਇਹਨਾਂ ਨੂੰ ਖੋਲ੍ਹਣ ਦੀ ਇਸ ਦੇ ਵਿੱਚ ਕਵਾਇਦ ਰੱਖੀ ਗਈ ਆ। ਸੋ ਵੀਕਐਂਡ ਦੇ ਉੱਤੇ ਕਹਿੰਦੇ ਆ ਵੀ ਇਹ ਗੱਲਬਾਤ ਆ ਉਹ ਰੈਪ ਅਪ ਜਿਹੜੀ ਉਹ ਹੋ ਗਈ ਸੀ, ਜਿਸ ਦੇ ਵਿੱਚ ਇਹਨਾਂ ਦੋਨਾਂ ਹੀ ਤਰਫੋਂ ਜਿਹੜੇ ਆ ਉਹ ਇਸ ਸਮਝੌਤੇ ਦੇ ਉੱਤੇ ਇੱਕ ਹਿਸਾਬ ਦੇ ਨਾਲ ਸਹੀ ਲਾਉਣ ਦੀ ਪੱਕੀ ਗੱਲ ਹੋ ਗਈ ਸੀਗੀ। ਸੋ ਕਹਿੰਦੇ ਵੀ ਇਨ ਪਰਸਨ ਇੰਸਟਰਕਸ਼ਨ ਉਹਨਾਂ ਕਾਉਂਟੀਜ਼ ਦੇ ਵਿੱਚ ਜਿਹੜੀ ਆ ਉਹ ਜਲਦ ਹੀ ਚਾਲੂ ਹੋਊਗੀ ਜਿੱਥੇ 25 ਤੋਂ ਘੱਟ ਕਨਫਰਮਡ ਕੇਸਿਸ 1 ਲੱਖ ਬੰਦੇ ਦੇ ਪਿੱਛੇ ਜਿਹੜੇ ਉਹ ਹੋਣਗੇ ਵੀ ਉੱਥੇ ਉਹਨਾਂ ਨੂੰ ਫਿਰ ਇਨ ਪਰਸਨ ਕੈਂਪਸ ਜਿਹੜੇ ਉਹ ਇੰਸਟਰਕਸ਼ਨਸ ਆ ਉਹ ਚਾਲੂ ਹੋ ਜਾਣਗੀਆਂ। ਹੁਣ ਜਿਸ ਆਪਾਂ ਫਰੈਜ਼ਨੋ ਕਾਉਂਟੀ ਦੇ ਵਿੱਚ ਆ ਇੱਥੇ ਕਲੋਵਿਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਆ, ਇਹਨਾਂ ਨੇ ਵੀ ਬੀਤੇ ਵੀਕ ਦੇ ਵਿੱਚ ਜਿਹੜਾ ਸਕੂਲਾਂ ਦਾ ਜਿਹੜਾ ਕੰਮ ਆ ਮੁੜ ਦੁਬਾਰਾ ਜਿਹੜਾ ਉਹ ਸ਼ੁਰੂ ਕੀਤਾ ਸੀ ਇਨ ਪਰਸਨ ਸਕੂਲ ਦਾ। ਜੀ, ਇਸੇ ਤਰ੍ਹਾਂ ਓਕਲੈਂਡ ਦੇ ਵਿੱਚ ਪਿਛਲੇ ਵੀਕਐਂਡ ਜਿਹੜੀ ਆ ਬਹੁਤ ਵੱਡੀ ਰੈਲੀ ਹੋਈ। ਉਹ ਜਿਹੜੇ ਪੇਰੈਂਟਸ ਤੇ ਬੱਚੇ ਆ ਉਹਨਾਂ ਨੇ ਇਹ ਕਿਹਾ ਵੀ ਸਕੂਲ ਜਲਦੀ ਤੋਂ ਜਲਦੀ ਖੁੱਲ੍ਹਣੇ ਚਾਹੀਦੇ, 15 ਮਾਰਚ ਤੱਕ ਖੁੱਲ੍ਹਣੇ ਚਾਹੀਦੇ ਹੈਗੇ ਆ। ਓਕਲੈਂਡ ਦੀ ਮੇਅਰ ਜਿਹੜੀ ਹੈਗੀ ਆ ਉਹ ਵੀ ਉਸ ਰੈਲੀ 'ਚ ਹਾਜ਼ਰ ਹੋਈ, ਪਰ ਜਿਹੜੀਆਂ ਟੀਚਰ ਯੂਨੀਅਨ ਆ ਉਹ ਹਾਰਡ ਟਾਈਮ ਦੇ ਰਹੀਆਂ। ਸੋ ਅਨਫੋਰਚੂਨੇਟ ਪਾਰਟ ਇਹੀ ਆ ਵੀ ਜਿਹੜੇ ਟੀਚਰ ਯੂਨੀਅਨ ਆ ਉਹ ਸਪੋਰਟਰ ਬਹੁਤ ਹੈਗੇ ਆ ਆਪਣੇ ਡੈਮੋਕ੍ਰੇਟਿਕ ਪਾਰਟੀ ਦੇ। ਸੋ ਗਵਰਨਰ ਨੂੰ ਵੀ ਇਹ ਜਿਹੜੀ ਪ੍ਰੋਬਲਮ ਆ ਰਹੀ ਹੈਗੀ ਆ, ਈਵਨ ਪ੍ਰੈਜ਼ੀਡੈਂਟ ਨੂੰ ਵੀ ਇਹੀ ਪ੍ਰੋਬਲਮ ਆ ਰਹੀ ਆ। ਅਤੇ ਹੁਣ ਤਾਂ ਇਹ ਵੀ ਕਹਿ ਦਿੱਤਾ ਗਿਆ ਵੀ ਜਿਹੜੇ ਟੀਚਰਸ ਆ ਉਹਨਾਂ ਨੂੰ ਟੀਕੇ ਲਾਏ ਜਾਣ ਅਤੇ ਛੇਤੀ ਤੋਂ ਛੇਤੀ ਜਿਹੜਾ ਆ ਸਕੂਲ ਖੋਲ੍ਹੇ ਜਾਣ। ਜੀ, ਯੂਨੀਅਨ ਲੀਡਰਸ ਜਿਹੜੇ ਉਹ ਟਰਾਈ ਕਰ ਰਹੇ ਸੀਗੇ ਵੀ ਇਹ ਜਿਹੜਾ ਪਰਪਲ ਟੀਅਰ ਦੇ ਵਿੱਚ ਜਿਹੜੇ ਹੈਗੇ ਨੇ ਸਕੂਲ ਉਹਨਾਂ ਨੂੰ ਖੋਲ੍ਹਣ ਦੇ ਵਿੱਚ ਜੇ ਹਾਲ ਦੀ ਘੜੀ ਰਿਸਟ੍ਰਿਕਸ਼ਨ ਜਿਹੜੀਆਂ ਉਹ ਰੱਖੀਆਂ ਜਾਣ, ਪਰ ਉਹ ਗਵਰਨਰ ਨਿਊਸਮ ਨੂੰ ਇਹ ਚੀਜ਼ ਕਰਾਉਣ ਦੇ ਵਿੱਚ ਹਾਲ ਦੀ ਘੜੀ ਕਾਮਯਾਬ ਜਿਹੜੇ ਆ ਉਹ ਨਹੀਂ ਹੋ ਰਹੇ ਹੈਗੇ। ਸੋ ਸਟੇਟ ਦੇ ਅਧਿਕਾਰੀਆਂ ਨੇ ਜਿਹੜਾ ਉਹ ਦੱਸਿਆ ਆ ਵੀ ਕੱਲ੍ਹ ਨੂੰ ਜਿਹੜੇ ਟੀਅਰਸ ਆ ਉਹਨਾਂ ਨੂੰ ਅਪਡੇਟ ਕੀਤਾ ਜਾਊਗਾ ਵੀ ਹੋ ਸਕਦਾ ਵੀ ਹੋਰ ਜਿਹੜੀਆਂ ਪਰਪਲ ਟੀਅਰ ਕਾਉਂਟੀਜ਼ ਆ ਉਹ ਮੁੜ ਦੁਬਾਰਾ ਜਿਹੜੀਆਂ ਆ ਉਹ ਥੱਲੇ ਵਾਲੇ ਰੈੱਡ ਟੀਅਰ ਦੇ ਵਿੱਚ ਜਾਂ ਉਸ ਤੋਂ ਥੱਲੇ ਜਿਹੜੀਆਂ ਉਹ ਆ ਜਾਣਗੀਆਂ। ਸੋ ਟੀਕੇ ਤੋਂ ਲੈ ਕੇ 2 ਤੱਕ ਜਿਹੜੇ ਆ ਯਾਨੀ ਕਿ ਟ੍ਰਾਂਜੀਸ਼ਨਲ ਕਿੰਡਰਗਾਰਟਨ ਤੋਂ ਲੈ ਕੇ ਸੈਕਿੰਡ ਗ੍ਰੇਡ ਤੱਕ ਦੇ ਜਿਹੜੇ ਵਿਦਿਆਰਥੀ ਆ ਉਹਨਾਂ ਨੂੰ ਫਿਰ ਹੁਣ ਕਲਾਸਰੂਮ ਦੇ ਵਿੱਚ ਜਲਦ ਹੀ 1 ਅਪ੍ਰੈਲ ਤੋਂ ਟਰਾਈ ਉਹਨਾਂ ਦੀ ਹੈਗੀ ਆ ਵੀ ਉਹ ਮੁੜ ਇਨ ਪਰਸਨ ਕਲਾਸਿਸ ਜਿਹੜੀਆਂ ਉਹ ਸ਼ੁਰੂ ਹੋ ਜਾਣ ਅਤੇ $2 ਬਿਲੀਅਨ ਬੇਸਿਕਲੀ ਜਿਹੜੇ ਉਹ ਵੰਡੇ ਜਾਣੇ ਆ। ਜਿਹੜੇ ਜਲਦੀ ਆਪਣੇ ਕੈਂਪਸਿਸ ਆ ਉਹਨਾਂ ਨੂੰ ਮੁੜ ਜਿਹੜੇ ਉਹ ਖੋਲ੍ਹਣਗੇ। ਕਹਿੰਦੇ ਵੀ ਜੇ ਉਹ 1 ਅਪ੍ਰੈਲ ਤੱਕ ਖੋਲ੍ਹਣ 'ਚ ਨਾਕਾਮਯਾਬ ਹੁੰਦੇ ਆ ਅਤੇ ਜਿਹੜੀ ਉਹਨਾਂ ਨੂੰ ਰਾਸ਼ੀ ਮਿਲਣੀ ਆ $2 ਬਿਲੀਅਨ ਦੇ ਵਿੱਚੋਂ 1% ਦੀ ਉਸ ਦੇ ਵਿੱਚੋਂ ਕਟੌਤੀ ਜਿਹੜੀ ਆ ਉਹ ਉਹਨਾਂ ਦੀ ਉਹ ਹੋ ਜਾਵੇਗੀ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਸੈਨੇਟ ਡੈਮੋਕ੍ਰੇਟਸ ਆ ਉਹਨਾਂ ਨੇ ਜਿਹੜਾ ਆਪਣਾ ਸਟਿਮੂਲਸ ਬਿੱਲ ਹੈਗਾ $1.9 ਟ੍ਰਿਲੀਅਨ ਦਾ, ਉਹਦੇ ਵਿੱਚੋਂ ਮਿਨੀਮਮ ਵੇਜ ਵਾਲਾ ਮੁੱਦਾ ਜਿਹੜਾ ਉਹਨੂੰ ਕੱਢ ਦਿੱਤਾ ਹੈਗਾ ਆ। ਸੋ ਲਾ ਮੇਕਰਸ ਜਿਹੜੇ ਆ ਉਹਨਾਂ ਨੇ ਪਿਛਲੇ ਵੀਕ ਇੱਕ ਪਲਾਨ ਵੀ ਜਿਹੜੀ ਉਹ ਇਨਕਲੂਡ ਕੀਤੀ ਹੈਗੀ ਆ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਕੋਵਿਡ ਰਿਲੀਫ ਬਿੱਲ ਦੇ ਵਿੱਚ, ਜਿਹਦੇ ਮੁਤਾਬਕ ਜਿਹੜੀਆਂ ਵੱਡੀਆਂ ਕਾਰਪੋਰੇਸ਼ਨਸ ਹੈਗੀਆਂ ਆ ਜੇ ਉਹ ਆਪਣੇ ਵਰਕਰਸ ਨੂੰ ਮੰਨ ਲਓ ਵੀ $15 ਤੋਂ ਘੱਟ ਪੈਸੇ ਦਿੰਦੀਆਂ ਤਾਂ ਉਹਨਾਂ ਨੂੰ ਜਿਹੜਾ ਆ ਪਲੰਟੀ ਜਾਂ ਉਹਨਾਂ ਨੂੰ ਟੈਕਸ ਦੇ ਵਿੱਚ ਜਿਹੜਾ ਆ ਕ੍ਰੈਡਿਟ ਜਿਹੜੀ ਉਹ ਛੋਟ ਲੈਂਦੇ ਆ ਉਹ ਘਟਾਇਆ ਜਾਊਗਾ। ਸੋ ਉਹ ਪਲਾਨ ਵੀ ਜਿਹੜੀ ਆ ਉਹਦੇ ਉੱਤੇ ਇਹ ਕੰਮ ਕਰ ਰਹੇ ਆ। ਸੈਨੇਟਰ ਰੌਨ ਵਾਈਡਨ ਅਤੇ ਬਰਨੀ ਸੈਂਡਰਸ ਉਹਨਾਂ ਦੋਨਾਂ ਨੇ ਇਹ ਜਿਹੜੀ ਆ ਪਲਾਨ ਆਫਰ ਕੀਤੀ ਹੈਗੀ ਆ। ਜੀ ਬਿਲਕੁਲ, ਬੀਤੇ ਵੀਕਐਂਡ ਤੋਂ ਪਹਿਲਾਂ ਦੇਰ ਰਾਤ ਜਿਹੜਾ ਇਹ ਬਿੱਲ ਆ ਉਹ ਪਾਸ ਕਰ ਦਿੱਤਾ ਗਿਆ ਸੀਗਾ ਹਾਊਸ ਦੇ ਵਿੱਚ। ਆਈ ਥਿੰਕ 212 ਦੇ ਮੁਕਾਬਲੇ 219 ਵੋਟਾਂ ਦੇ ਨਾਲ ਜਿਹੜਾ ਇਹ ਹਾਊਸ ਦੇ ਵਿੱਚ ਬਿੱਲ ਪਾਸ ਹੋਇਆ ਸੀ। ਇੱਕ ਡੈਮੋਕ੍ਰੇਟ ਜਿਹੜਾ ਲਾਅ ਮੇਕਰ ਸੀਗਾ ਉਸ ਨੇ ਇਸ ਬਿੱਲ ਦੇ ਵਿਰੋਧ ਦੇ ਵਿੱਚ $1.9 ਟ੍ਰਿਲੀਅਨ ਵਾਲੇ ਬਿੱਲ ਦੇ ਵਿਰੋਧ ਦੇ ਵਿੱਚ ਵੋਟ ਜਿਹੜੀ ਉਹ ਪਾਈ ਸੀਗੀ। ਸੋ ਹੁਣ ਸੈਨੇਟ ਦੇ ਵਿੱਚ ਆਵੇਗਾ। US ਦਾ ਜਿਹੜੇ ਸੈਨੇਟ ਦਾ ਮੈਜੋਰਟੀ ਲੀਡਰ ਚੱਕ ਸ਼ੂਮਰ ਆ ਉਹ ਹੁਣ ਡਿਸਾਈਡ ਕਰਨਗੇ ਵੀ ਕਿਸ ਦਿਨ ਇਸ ਨੂੰ ਸੈਨੇਟ ਦੇ ਫਲੋਰ ਦੇ ਉੱਤੇ ਲਿਆਂਦਾ ਜਾਵੇ ਅਤੇ ਉਸ ਤੋਂ ਬਾਅਦ ਦੇ ਵਿੱਚ ਇਸ ਦੇ ਉੱਤੇ ਜਿਹੜੀ ਬਹਿਸ ਕਰਕੇ ਫਿਰ ਵੋਟਿੰਗ ਜਿਹੜੀ ਉਹ ਹੋਵੇ। ਅਤੇ ਜਿੱਦਾਂ ਤੁਸੀਂ ਆਲਰੇਡੀ ਦੱਸਿਆ ਵੀ $15 ਵਾਲਾ ਤਾਂ ਆਲਰੇਡੀ ਇਹਨਾਂ ਨੇ ਇਸ ਦੇ ਵਿੱਚੋਂ ਕੱਢਣ ਦਾ ਜਿਹੜਾ ਉਹ ਫੈਸਲਾ ਲੈ ਲਿਆ ਆ, ਕਿਉਂਕਿ ਇੱਕ ਪਾਰਲੀਮੈਂਟੇਰੀਅਨ ਜਿਹੜੇ ਸੀਗੇ ਉਹਨਾਂ ਨੇ ਵੀ ਪਹਿਲਾਂ ਕਿਹਾ ਸੀਗਾ ਵੀ ਇਟਸ ਬੇਸਿਕਲੀ ਇਹ ਨੋ ਗੋ, ਵੀ ਇਹਦੇ ਨਾਲ ਤੁਹਾਡਾ ਬਿੱਲ ਜਿਹੜਾ ਉਹ ਅੱਗੇ ਨਹੀਂ ਵੱਧ ਸਕਦਾ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕੀ ਬਣਦਾ ਆ $1.9 ਟ੍ਰਿਲੀਅਨ ਦੇ ਇਸ ਪੈਕੇਜ ਦੇ ਉੱਤੇ। ਉੱਧਰ ਹਰਜੋਤ ਸਿੰਘ ਜੀ ਇਹ ਵੀ ਇਸ ਟਾਈਮ ਹੁਣ ਚਰਚਾ ਜਿਹੜੀ ਆ ਉਹ ਲੋਕ ਕਰ ਰਹੇ ਆ ਵੀ ਰਾਈਟ ਨਾਓ ਜਿਹੜਾ ਚੀਫ ਆਫ ਸਟਾਫ ਹੈਗੇ ਆ
ਰਾਸ਼ਟਰਪਤੀ ਜਿਹੜੇ ਬਾਈਡਨ ਦੇ, ਕਹਿੰਦੇ ਵੀ ਉਹ ਤਾਂ ਹੁਣ ਇੱਕ ਹਿਸਾਬ ਦੇ ਨਾਲ ਪ੍ਰਾਈਮ ਮਿਨਿਸਟਰ ਦੇ ਤੌਰ ਦੇ ਉੱਤੇ ਜਿਹੜਾ ਰੋਲ ਆ ਉਹ ਨਿਭਾ ਰਹੇ ਆ। ਜਿਹੜੇ ਕੁਛ GOP ਦੇ ਲਾਅ ਮੇਕਰਸ ਹੈਗੇ ਨੇ, ਉਹਨਾਂ ਨੇ ਕਿਹਾ ਵੀ ਇਹਨਾਂ ਦੇ ਜਿਹੜੇ ਚੀਫ ਆਫ ਸਟਾਫ ਨੇ ਪ੍ਰੈਜ਼ੀਡੈਂਟ ਬਾਈਡਨ ਦੇ, ਉਹਨਾਂ ਦੇ ਦੁਆਰਾ ਇਹਨਾਂ ਦੇ ਨਾਲ ਕਿਸੇ ਤਰੀਕੇ ਦੀ ਗੱਲਬਾਤ ਜਿਹੜੀ ਆ ਉਹ ਨਹੀਂ ਕਰਵਾਈ ਜਾ ਰਹੀ ਵੀ $1.9 ਟ੍ਰਿਲੀਅਨ ਦੇ ਪੈਕੇਜ ਦੇ ਉੱਤੇ ਵੀ ਚਰਚਾ ਜਿਹੜੀ ਉਹ ਹੋਵੇ। ਕਹਿੰਦੇ ਵੀ ਉਹ ਇੱਕ ਹਿਸਾਬ ਦੇ ਨਾਲ ਅਨਇਲੈਕਟਿਡ ਜਿਹੜੇ ਆ ਪ੍ਰਾਈਮ ਮਿਨਿਸਟਰ ਦੇ ਤੌਰ ਦੇ ਉੱਤੇ ਕਹਿ ਰਹੇ ਆ, ਅਤੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੀਆਂ ਦੇ ਕੋਲੋਂ ਹੀ ਮਨਜ਼ੂਰੀ ਲੈ ਕੇ ਕੁਛ ਨਾ ਕੁਛ ਕਰ ਰਹੇ ਹੈਗੇ ਆ। ਸੋ ਇਸ ਦੇ ਵਿੱਚ ਕੀ ਇਹਨਾਂ ਦੇ ਕਲੇਮ ਹੈਗੇ, ਇਹਦੇ ਵਿੱਚ ਕੋਈ ਹੈਗਾ ਆ ਤੱਥ ਕਿ ਨਹੀਂ, ਇਹਦਾ ਤਾਂ ਪਤਾ ਨਹੀਂ, ਪਰ ਉਹਨਾਂ ਨੇ ਆਪਣੇ ਵੱਲੋਂ ਇਹ ਜਿਹੜਾ ਦਾਅਵਾ ਆ ਉਹ ਜ਼ਰੂਰ ਕੀਤਾ ਹੈਗਾ ਆ। ਅਗਲੀ ਖਬਰ ਜਿਹੜੀ ਆ ਮਿਆਂਮਾਰ ਬਰਮਾ ਤੋਂ ਆ ਰਹੀ ਆ, ਜਿੱਥੇ ਕਿ ਜਿਹੜੀ ਆਊਸਟਰਡ ਸਿਵਲੀਅਨ ਲੀਡਰ ਔਂਗ ਸੈਨ ਸੂ ਕੀ ਜਿਹੜੀ ਆ ਉਸ ਨੂੰ ਕੋਰਟ ਦੇ ਵਿੱਚ ਜਿਹੜਾ ਚਾਰਜ ਪੇਸ਼ ਕੀਤਾ ਗਿਆ, ਜਿਹਦੇ ਉੱਤੇ ਹੋਰ ਚਾਰਜਸ ਲਾਏ ਜਾਣਗੇ। ਹੁਣ ਤੱਕ 18 ਦੇ ਕਰੀਬ ਜਿਹੜੀਆਂ ਮੌਤਾਂ ਆ ਉੱਥੇ ਹੋ ਚੁੱਕੀਆਂ, ਜਦੋਂ ਤੋਂ ਹੀ ਮਿਲਟਰੀ ਨੇ ਕੋਪ ਕਰਕੇ ਜਿਹੜਾ ਆ ਸਿਵਲ ਜਿਹੜੀ ਸਰਕਾਰ ਆ ਉਸ ਨੂੰ ਓਵਰਥਰੋ ਕੀਤਾ ਹੈਗਾ ਆ। ਜੀ ਬਿਲਕੁਲ। ਇਹ ਕਹਿੰਦੇ ਵੀ ਜਿੱਦਾਂ ਤੁਸੀਂ ਕਿਹਾ ਵੀ ਨਵੇਂ ਚਾਰਜਿਸ ਦੇ ਤਹਿਤ, ਨਵੇਂ ਦੋਸ਼ਾਂ ਦੇ ਤਹਿਤ ਜਿਹੜਾ ਆ ਇਹਨਾਂ ਨੂੰ ਮੋਹਰੇ ਜਿਹੜਾ ਆ ਉਹ ਹੁਣ ਲਿਆਂਦਾ ਜਾ ਰਿਹਾ ਹੈਗਾ ਆ। ਸੋ ਇਹ ਨਹੀਂ ਪਤਾ ਵੀ ਉਹਦੇ ਕੀ ਬਣਨਾ ਆ। ਯਾਦ ਹੋਣਾ ਹਰਜੋਤ ਸਿੰਘ ਜੀ, ਇਸ ਬੀਬੀ ਨੂੰ ਨੋਬਲ ਪੀਸ ਪੁਰਸਕਾਰ ਜਿਹੜਾ ਆ ਉਹ ਇਨਾਮ ਜਿਹੜਾ ਉਹ ਦਿੱਤਾ ਗਿਆ ਸੀਗਾ ਕੁਛ ਵਰ੍ਹੇ ਪਹਿਲਾਂ, ਅਤੇ ਇਸੇ ਦੇ ਹੀ ਰਾਜ ਦੇ ਦੌਰਾਨ ਰੋਹਿੰਗਿਆ ਜਿਹੜੇ ਮੁਸਲਮਾਨ ਆ ਉਹਨਾਂ ਦੇ ਉੱਤੇ ਜਿਹੜਾ ਕਾਫੀ ਵੱਡੇ ਪੱਧਰ ਦੇ ਉੱਤੇ ਅਤਿਆਚਾਰ, ਜਿਹੜਾ ਉਹਨਾਂ ਦੇ ਜੈਨੋਸਾਈਡ ਤੱਕ ਨੂੰ ਵੀ ਜਿਹੜਾ ਉਹ ਹੋਇਆ ਆ। ਸੋ ਇਹ ਹੁਣ ਖੁਦ ਆਪ ਇਸ ਮਿਲਟਰੀ ਦੇ ਸ਼ਿਕੰਜੇ ਦੇ ਵਿੱਚ ਜਿਹੜੇ ਆ ਉਹ ਫਸੇ ਹੋਏ ਨੇ ਵੀ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਨਾ ਆ। ਮਿਆਂਮਾਰ ਦੇ ਉੱਤੇ ਬਾਹਰਲੇ ਮੁਲਕ ਕਾਫੀ ਦਬਾਅ ਜਿਹੜਾ ਉਹ ਪਾ ਰਹੇ ਨੇ, ਪਰ ਉੱਥੋਂ ਦੀ ਜਿਹੜੀ ਮਿਲਟਰੀ ਵਾਲੇ ਆ ਉਹ ਹਾਲ ਦੀ ਘੜੀ ਕਿਸੇ ਦੀ ਵੀ ਉਹ ਸੁਣ ਨਹੀਂ ਰਹੇ। ਸੋ ਇਹ ਜਿਹੜਾ ਆ ਉਹ ਮਸਲਾ ਬਣਿਆ ਪਿਆ। 75 ਸਾਲ ਇਹਨਾਂ ਦੀ ਜਿਹੜੀ ਆ ਉਹ ਉਮਰ ਹੈਗੀ ਆ, ਅਤੇ ਇਹਨਾਂ ਨੂੰ ਹਾਲ ਦੀ ਘੜੀ ਵੀ ਉਹਨਾਂ ਨੇ ਹਿਰਾਸਤ ਦੇ ਵਿੱਚ ਹੀ ਰੱਖਿਆ ਆ। ਲੋਕ ਸੜਕਾਂ ਦੇ ਉੱਤੇ ਨਿਕਲ ਰਹੇ ਆ ਇਸ ਦੀਆਂ ਤਸਵੀਰਾਂ ਲੈ ਕੇ ਵੀ ਇਸ ਨੂੰ ਰਿਹਾ ਕਰੋ, ਇਸ ਦੇ ਉੱਤੇ ਚਾਰਜਸ ਜਿਹੜੇ ਆ ਉਹ ਲਾ ਦਿੱਤੇ ਜਾਣ, ਪਰ ਹਾਲ ਦੀ ਘੜੀ ਜਿਹੜਾ ਉਹ ਕੁਛ ਨਹੀਂ ਹੈਗਾ। ਉੱਧਰ ਮਿਲਟਰੀ ਅਤੇ ਪੁਲਿਸ ਦੇ ਦੁਆਰਾ ਇਹ ਡੈਮੋਸਟ੍ਰੇਸ਼ਨ ਦੇ ਉੱਤੇ ਜਿਹੜੀ ਕਹਿ ਲਓ ਵੀ ਕਰੈਕਡਾਊਨ ਕੀਤਾ ਜਾ ਰਿਹਾ ਆ, ਜਿਸ ਦੇ ਕਰਕੇ ਕੁਛ ਲੋਕਾਂ ਦੀਆਂ ਮੌਤਾਂ ਦੀ ਵੀ ਜਿਹੜੀ ਖਬਰ ਆ ਉੱਥੋਂ ਆ ਰਹੀ ਹੈਗੀ ਆ। ਸੋ ਜਿਹੜਾ ਗਵਾਂਢੀ ਮੁਲਕ ਹੈਗਾ ਭਾਰਤ ਦੇ ਵਿੱਚ ਵੀ, ਉੱਥੇ ਵੀ ਨਾਲ ਦੇ ਨਾਲ ਹੀ ਜਿਹੜਾ ਕਹਿ ਸਕਦੇ ਆ ਵੀ ਧੱਕਾ ਆ ਉਹ ਚੱਲ ਰਿਹਾ ਹੈਗਾ। ਸੋ ਜੇ ਸਰੋਤਿਆਂ ਨੂੰ ਦੱਸਦੇ ਜਾਈਏ, ਜਿਹੜਾ ਮਿਆਂਮਾਰ ਆ ਇਹਨੂੰ ਬਰਮਾ ਕਹਿੰਦੇ ਹੈਗੇ ਆ। ਇੰਡੀਪੈਂਡੈਂਟ ਹੋਇਆ ਸੀ 1948 ਦੇ ਵਿੱਚ। ਮੋਸਟ ਆਫ ਦਾ ਟਾਈਮ ਮਿਲਟਰੀ ਰੂਲ ਦੇ ਅੰਡਰ ਹੀ ਰਿਹਾ, ਅਤੇ 2010 ਦੇ ਵਿੱਚ ਜਿਹੜੀਆਂ ਕੁਛ ਰੀਸਟ੍ਰਿਕਸ਼ਨ ਸੀਗੀਆਂ ਉਹ ਲੂਜ਼ਨ ਕੀਤੀਆਂ ਗਈਆਂ ਸੀਗੀਆਂ। 2015 ਦੇ ਵਿੱਚ ਜਿਹੜੀ ਨਵੀਂ ਸਰਕਾਰ ਆ ਉਹ ਬਣੀ ਸੀ, ਅਤੇ ਉਹ ਤੋਂ ਬਾਅਦ 2017 ਦੇ ਵਿੱਚ ਮਿਆਂਮਾਰ ਜਿਹੜੀ ਆਰਮੀ ਆ ਉਹਨਾਂ ਨੇ ਇੱਕ ਟਾਈਮ ਦੇ ਉੱਤੇ, ਜਦੋਂ ਰੋਹਿੰਗਿਆ ਦੇ ਮਿਲੀਟੈਂਟਸ ਨੇ ਇੱਕ ਪੁਲਿਸ ਦੇ ਉੱਤੇ ਅਟੈਕ ਕਰ ਦਿੱਤਾ ਸੀ, ਉਹ ਤੋਂ ਬਾਅਦ ਫਿਰ ਪੂਰੇ ਉਹ ਧੱਕਾ ਕਰਨਾ ਸ਼ੁਰੂ ਕਰ ਦਿੱਤਾ, ਜਿਹਦੇ ਦੌਰਾਨ 5 ਲੱਖ ਦੇ ਕਰੀਬ ਰੋਹਿੰਗਿਆ ਦੇ ਮੁਸਲਮਾਨ ਆ ਉਹਨਾਂ ਨੂੰ ਉੱਥੋਂ ਕੱਢ ਦਿੱਤਾ ਗਿਆ, ਅਤੇ ਉਹ ਹੁਣ ਬੰਗਲਾਦੇਸ਼ ਦੇ ਬਾਰਡਰ ਦੇ ਉੱਤੇ ਰਹਿ ਰਹੇ ਹੈਗੇ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਆਪਾਂ ਪਹਿਲੋਂ ਭਾਰਤ ਦੀ ਜਿਹੜੀ ਗੱਲ ਕਰ ਹੀ ਰਹੇ ਸੀ, ਹੁਣ ਦੇਖੋ ਵੀ ਉੱਥੇ ਘਾਲਾ ਮਾਲਾ ਕਿੰਨਾ ਆ। ਜਿਹੜੇ ਮੁੰਬਈ ਦੇ ਜਿਹੜੇ ਸਲਮਜ਼ ਸੀਗੇ ਉਹਦੇ ਵਿੱਚ ਲੋਕਾਂ ਨੂੰ ਇਹ ਕਹਿ ਕੇ ਜਿਹੜਾ ਆ ਉਹਨਾਂ ਨੇ ਬੁਲਾ ਲਿਆ ਵੀ ਭਾਈ ਤੁਹਾਡੇ ਜਿਹੜੇ ਆ ਵੈਕਸੀਨੇਸ਼ਨ ਅਸੀਂ ਜਿਹੜੀ ਉਹ ਕਰਨ ਜਾ ਰਹੇ ਹੈਗੇ ਆ, ਪਰ ਕਹਿੰਦੇ ਵੀ ਹੁਣ ਜਿਹੜਾ ਉਹ ਪਤਾ ਲੱਗ ਰਿਹਾ ਵੀ ਉਹ ਤਾਂ ਕਲੀਨਿਕਲ ਟਰਾਇਲ ਕਰ ਰਹੇ ਸੀਗੇ। ਲੋਕਾਂ ਨੂੰ ਇਸ ਭੁਲੇਖੇ ਦੇ ਨਾਲ ਉੱਥੇ ਜਿਹੜਾ ਆ ਉਹਨਾਂ ਨੇ ਝੂਠ ਬੋਲ ਕੇ ਬੁਲਾ ਲਿਆ ਵੀ ਤੁਹਾਨੂੰ ਜਿਹੜਾ ਵੈਕਸੀਨੇਸ਼ਨ ਜਿਹੜੀ ਉਹ ਲਾਈ ਜਾ ਰਹੀ ਆ, ਜਦ ਕਿ ਉਹਨਾਂ ਨੂੰ ਇੱਕ ਕਲੀਨਿਕਲ ਟਰਾਇਲ ਦਾ ਬਗੈਰ ਦੱਸੇ ਉਹਨਾਂ ਨੂੰ ਜਿਹੜਾ ਉਸ ਦਾ ਹਿੱਸਾ ਜਿਹੜਾ ਉਹ ਬਣਾਇਆ ਗਿਆ ਸੀਗਾ। ਅਤੇ ਕਹਿੰਦੇ ਵੀ ਉੱਥੇ ਵੈਨ ਘੁੰਮ ਰਹੀ ਸੀ ਜਿਹੜੀ ਕਹਿ ਰਹੀ ਸੀ ਵੀ ਆਓ ਟੀਕਾ ਲਵਾਓ, ਅਤੇ 750 ਰੁਪਈਆ ਜਿਹੜਾ ਉਹ ਤੁਹਾਨੂੰ ਉੱਥੇ ਜਿਹੜਾ ਉਹ ਦਿੱਤਾ ਜਾਊਗਾ। ਇਹ ਭੋਪਾਲ ਦੇ ਵਿੱਚ ਕਹਿੰਦੇ ਆ ਵੀ ਉੱਥੋਂ ਦੇ ਸਲਮਜ਼ ਦੇ ਵਿੱਚ ਲੋਕਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜਾ ਕਲੀਨਿਕਲ ਟਰਾਇਲ ਦਾ ਉਹਨਾਂ ਨੂੰ ਲੋਕਾਂ ਨੂੰ ਹਿੱਸਾ ਬਣਾਇਆ। ਐਡਵਰਟਾਈਜ਼ ਕਹਿੰਦੇ ਆ ਵੀ ਉੱਥੇ ਇਹੀ ਕੀਤੀ ਜਾ ਰਹੀ ਸੀ ਵੀ ਕੋਵਿਡ-19 ਦਾ ਵੈਕਸੀਨ ਤੁਹਾਨੂੰ ਜਿਹੜਾ ਉਹ ਲਾਇਆ ਜਾ ਰਿਹਾ ਹੈਗਾ ਆ। CNN ਨੇ ਜਿਹੜੀ ਇੱਕ ਇਹ ਨਿਊਜ਼ ਰਿਪੋਰਟ ਆ ਇਸ ਦੇ ਬਾਰੇ ਜਿਹੜੀ ਉਹ ਛਾਪੀ ਆ। ਇਹ ਜਿਹੜੀ ਕੋਵੈਕਸਿਨ
ਕਲੀਨਿਕਲ ਟਰਾਇਲ ਆ ਜਿਹੜਾ ਤੀਜਾ ਫੇਸ ਉਸ ਦਾ ਜਿਹੜਾ ਚੱਲ ਰਿਹਾ ਭਾਰਤ ਦੀ ਇਹ ਜਿਹੜੀ ਵੈਕਸੀਨ ਬਣਾਈ ਜਾ ਰਹੀ ਆ ਉਸ ਦੇ ਤਹਿਤ ਇਹਨਾਂ ਨੇ ਇਸ ਤਰੀਕੇ ਨਾਲ ਲੋਕਾਂ ਨੂੰ ਭਰਮਾ ਕੇ ਜਿਹੜੇ ਆ ਉਹ ਕਰ ਦਿੱਤੇ ਆ। ਹੁਣ ਤੁਸੀਂ ਦੇਖੋ ਹਰਜੋਤ ਸਿੰਘ ਜੀ ਆਲਰੇਡੀ ਅਜੇ ਉਸਦੇ ਥਰਡ ਜਿਹੜਾ ਫੇਜ਼ ਟਰਾਇਲ ਆ ਉਸ ਦੇ ਆંકੜੇ ਤਾਂ ਜਾਰੀ ਨਹੀਂ ਕੀਤੇ, ਪਰ ਸਰਕਾਰ ਨੇ ਆਲਰੇਡੀ ਇਸ ਇੱਕ ਹਿਸਾਬ ਦੇ ਨਾਲ ਵੈਕਸੀਨ ਨੂੰ ਓਕੇ ਜਿਹੜਾ ਉਹ ਕਰ ਹੀ ਦਿੱਤਾ ਹੈਗਾ। ਭਾਰਤ ਬਾਇਓਟੈਕ ਨਾਂ ਦੀ ਕੰਪਨੀ ਆ ਉਸ ਨੇ ਇਹ ਜਿਹੜੀ ਵੈਕਸੀਨ ਆ ਉੱਥੇ ਬਣਾਈ ਹੈਗੀ ਆ। ਜਾਂ ਸ਼ਰੇਆਮ ਧੱਕਾ ਹੈ ਜੀ। ਦੇਖੋ ਭਈ ਟੈਸਟ ਕਰਦੇ ਆ ਮੋਸਟਲੀ ਜਿਹੜੇ ਆ ਪਹਿਲੀ ਵਾਰੀ ਟੈਸਟਿੰਗ ਹੁੰਦੀ ਆ ਉਹ ਜਾਂ ਚੂਹਿਆਂ ਤੇ ਜਾਂ ਜਿਹੜੇ ਮੌਂਕੀਜ਼ ਆ ਉਹਨਾਂ ਦੇ ਉੱਤੇ ਹੁੰਦੀ ਆ, ਬਾਂਦਰਾਂ ਦੇ ਉੱਤੇ। ਤੇ ਦੇਖੋ ਆਪਣੀ ਹੀ ਜਨਤਾ ਤੇ ਬਿਨਾਂ ਦੱਸੇ ਤੋਂ ਝੂਠ ਬੋਲ ਕੇ ਦੇਖੋ ਕਿਸ ਤਰੀਕੇ ਦੇ ਨਾਲ ਵੀ ਜੇ ਮਰ ਗਿਆ ਜੇ ਬਚ ਗਿਆ ਤਾਂ ਸਾਨੂੰ ਪਤਾ ਲੱਗ ਜਾਊਗਾ ਵੀ ਕੀ ਹੈਗਾ। ਦੇਖੋ ਕਿੰਨਾ ਧੱਕਾ ਆ ਸ਼ਰੇਆਮ। ਇੰਨਾ ਤੇ ਮਿਲਦਾ ਤਾਂ ਜਾਨਵਰਾਂ ਦੇ ਨਾਲ ਵੀ ਜਿਹੜਾ ਕਲੀਨਿਕਲ ਟਰਾਇਲ 'ਚ ਨਹੀਂ ਧੱਕਾ ਹੁੰਦਾ ਵੀ ਜਿੰਨਾ ਜਿਸ ਹਿਸਾਬ ਦੇ ਨਾਲ ਇਹਨਾਂ ਦੇ ਨਾਲ ਉਹ ਕੀਤਾ ਜਾ ਰਿਹਾ ਹੈਗਾ ਜੀ। ਅਗਲੀ ਖਬਰ ਵੱਲ ਚੱਲੀਏ। ਪਿਛਲੇ ਵੀਕਐਂਡ ਦੇ ਦੌਰਾਨ ਜਿਹੜੀ ਆ CPEC ਦੀ ਮੀਟਿੰਗ ਹੋਈ ਰਿਪਬਲਿਕਨਸ ਦੀ, ਜਿਹਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਆਪਣਾ 90 ਮਿੰਟ ਦੇ ਕਰੀਬ ਆਪਣਾ ਭਾਸ਼ਣ ਦਿੱਤਾ, ਜਿਹਦੇ ਵਿੱਚ ਉਹਨਾਂ ਨੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀਆਂ ਇਮੀਗ੍ਰੇਸ਼ਨ ਪਾਲਿਸੀਆਂ ਦੇ ਉੱਤੇ ਕਾਫੀ ਜਿਹੜਾ ਤਵਾ ਕੱਸਿਆ, ਤੇ ਨਾਲ ਦੀ ਨਾਲ ਜਿਹੜੇ ਰਿਪਬਲਿਕਨਸ ਜਿਨ੍ਹਾਂ ਨੇ ਇੰਪੀਚਮੈਂਟ ਦੇ ਹੱਕ ਦੇ ਵਿੱਚ ਵੋਟ ਪਾਈ ਸੀ ਉਹਨਾਂ ਦੇ ਉੱਤੇ, ਤੇ ਮਾਸਕ ਪਾਉਣ ਦੇ ਉੱਤੇ, ਤੇ ਟਰਾਂਸਜੈਂਡਰ ਐਥਲੀਟਸ ਜਿਹੜੇ ਵਿਮਨ ਸਪੋਰਟਸ ਦੇ ਵਿੱਚ ਖੇਡਣਗੇ ਉਹਨਾਂ ਦੇ ਉੱਤੇ ਜਿਹੜਾ ਕਾਫੀ ਤਵਾ ਕੱਸਿਆ ਜੀ। ਉਹਨਾਂ ਨੇ ਇੱਕ ਚੀਜ਼ ਦੀ ਜਿਹੜੀ ਇਸ ਦੇ ਵਿੱਚ ਕਲੀਅਰ ਕੀਤਾ, ਕਹਿੰਦੇ ਵੀ ਉਹ ਨਵੀਂ ਪਾਰਟੀ ਜਿਹੜੀ ਉਹ ਨਹੀਂ ਜਿਹੜੀ ਉਹ ਬਣਾਉਣ ਜਾ ਰਹੇ। ਕਹਿੰਦੇ ਆਈ ਐਮ ਨਾਟ ਸਟਾਰਟਿੰਗ ਐਨੀ ਨਿਊ ਪਾਰਟੀ। ਜਿਹੜੀਆਂ ਇਹ ਚਰਚਾ ਸੀਗੀਆਂ ਇਹ ਫੇਕ ਨਿਊਜ਼ ਸੀਗੀ। ਹੋਰ ਇਸ ਦੇ ਵਿੱਚ ਜਿਹੜਾ ਕੁਛ ਨਹੀਂ ਜਿਹੜਾ ਉਹ ਹੈਗਾ। 2019 ਦੇ ਵਿੱਚ ਜਦੋਂ ਰਾਸ਼ਟਰਪਤੀ ਟਰੰਪ ਸੀਗੇ ਉਦੋਂ ਉਹਨਾਂ ਨੇ CPEC ਦੀ ਮੀਟਿੰਗ ਦੇ ਵਿੱਚ ਆਉਣ ਤੋਂ ਪਹਿਲਾਂ ਅਮਰੀਕਾ ਦੇ ਝੰਡੇ ਨੂੰ ਜੱਫੀ ਪਾ ਕੇ ਜਿਹੜੀ ਉਹ ਕਿਸ ਕੀਤੀ ਸੀ, ਅਤੇ ਕਹਿੰਦੇ ਇਸ ਵਾਰ ਵੀ ਉਹਨਾਂ ਨੇ ਉਸੇ ਤਰੀਕੇ ਹੀ ਉਸੇ ਲਹਿਜੇ ਦੇ ਨਾਲ ਅਮਰੀਕਾ ਦੇ ਝੰਡੇ ਨੂੰ ਜਿਹੜੀ ਉਹ ਜੱਫੀ ਜਿਹੜੀ ਉਹ ਪਾਈ, ਅਤੇ ਉਸ ਤੋਂ ਬਾਅਦ ਦੇ ਵਿੱਚ ਆਪਣਾ ਜਿਹੜਾ ਉਹ ਭਾਸ਼ਣ ਦਿੱਤਾ। ਇੱਕ ਵਾਰੀ ਫਿਰ ਉਹਨਾਂ ਨੇ ਉਸ ਝੂਠ ਨੂੰ ਫਿਰ ਦੁਹਰਾਇਆ ਜ਼ਰੂਰ ਵੀ ਇਲੈਕਸ਼ਨ ਦਾ ਜਿਹੜਾ ਉਹ ਰੌਲਾ ਆ ਉਹਨਾਂ ਨੇ ਫਿਰ ਇਸ ਦੇ ਵਿੱਚ ਦੁਹਰਾਇਆ। ਉੱਦਾਂ ਓਵਰਆਲ ਟਰੰਪ ਹੁਣਾਂ ਦੀ ਅਪਰੂਵਲ ਰੇਟਿੰਗ CPEC ਪੋਲ ਦੇ ਵਿੱਚ ਸਭ ਤੋਂ ਉੱਚ ਪੱਧਰ ਦੇ ਉੱਤੇ ਰਹੀ। 95% ਜਿਹੜੀ ਉੱਥੇ ਸਟ੍ਰॉ ਪੋਲ ਕਹਿੰਦੇ ਬਾਅਦ ਦੇ ਵਿੱਚ ਕੀਤੀ ਗਈ। ਲੋਕਾਂ ਨੇ ਅਪਰੂਵਲ ਜਿਹੜਾ ਕੀਤਾ ਵੀ ਜਿਹੜਾ ਇਹਨਾਂ ਨੇ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ ਕੰਮ ਕੀਤਾ ਸੀ। 87% ਜਿਹੜੇ ਲੋਕ ਕਹਿੰਦੇ ਵੀ ਉਹ ਸਟਰੋਂਗਲੀ ਅਪਰੂਵ ਕਰਦੇ ਸੀਗੇ। 68% CPEC ਦੇ ਵਿੱਚ ਜਿਹੜੀ ਇਸ ਪੋਲ ਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਦੁਬਾਰਾ ਇਹਨਾਂ ਨੂੰ ਪ੍ਰੈਜ਼ੀਡੈਂਟ ਦੇ ਲਈ ਜਿਹੜਾ ਉਹ ਦੇਖਣਾ ਚਾਹੁੰਦੇ ਹੈਗੇ ਆ। ਸੋ ਤਕਰੀਬਨ ਇੱਦਾਂ ਲੱਗ ਰਿਹਾ ਵੀ 2024 ਦੇ ਲਈ ਇਹਨਾਂ ਨੇ ਆਪਣੀ ਜਿਹੜੀ ਇੱਕ ਹਿਸਾਬ ਦੇ ਨਾਲ ਜ਼ਮੀਨ ਆ ਉਹ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਆ। ਅਤੇ ਹੁਣ ਰਿਪਬਲਿਕਨ ਪਾਰਟੀ ਵਿਦਾਊਟ ਟਰੰਪ ਹਾਲ ਦੀ ਘੜੀ ਆਉਣ ਵਾਲੇ ਭਵਿੱਖ ਦੇ ਵਿੱਚ ਕੋਈ ਨਜ਼ਰ ਜਿਹੜੀ ਉਹ ਨਹੀਂ ਆ ਰਹੀ। ਇਹ ਇੱਕ ਹਿਸਾਬ ਦੇ ਨਾਲ ਹੁਣ ਮੇਨ ਫੋਰਸ ਰਿਪਬਲਿਕਨ ਪਾਰਟੀ ਦੇ ਵਿੱਚ ਹੋਊਗੀ। ਉਹਨਾਂ ਨੇ ਮਿਚ ਮਕੋਨਲ ਦੀ ਵੀ ਉੱਥੇ ਡੰਡ ਲਾਈ। ਉਹਨਾਂ ਨੇ ਕਿਹਾ ਵੀ ਇੱਕ ਹਿਸਾਬ ਦੇ ਨਾਲ ਵੀ ਇਹ ਹੁਣ ਕਮਜ਼ੋਰ ਲੀਡਰ ਹੀ ਇੱਕ ਹਿਸਾਬ ਦੇ ਨਾਲ ਬਣ ਗਿਆ ਆ। ਕਹਿੰਦੇ ਜਿਵੇਂ ਮੈਂ ਇਹਦੀ ਮਦਦ ਨਾ ਕਰਦਾ ਤਾਂ ਇਸ ਨੇ ਕਿਸੇ ਵੀ ਹਾਲ ਦੇ ਵਿੱਚ ਜਿਹੜਾ ਉਹ ਜਿੱਤਣਾ ਨਹੀਂ ਸੀਗਾ। ਸੋ ਇਹ ਹੁਣ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। ਪਰ ਰਾਈਟ ਨਾਓ ਟਰੰਪ ਹੁਣਾਂ ਦਾ ਹੋਲਡ ਰਿਪਬਲਿਕਨ ਪਾਰਟੀ ਦੇ ਉੱਤੇ ਉਹਨਾਂ ਦੇ ਸਪੋਰਟਰਸ ਦੇ ਵਿੱਚ ਇਸ ਟਾਈਮ ਸਭ ਤੋਂ ਵੱਧ ਜਿਹੜਾ ਉਹ ਦੇਖਿਆ ਜਾ ਰਿਹਾ ਹੈਗਾ। ਤੇ ਨਾਲ ਦੀ ਨਾਲ ਉਹਨਾਂ ਨੇ ਗਵਰਨਰ ਐਂਡਰਿਊ ਕੁਓਮੋ ਜਿਹੜੇ ਨਿਊਯਾਰਕ ਦੇ ਆ ਉਹਨਾਂ ਦੇ ਉੱਤੇ ਵੀ ਜਿਹੜਾ ਇੱਕ ਤਰ੍ਹਾਂ ਨਾਲ ਮਜ਼ਾਕ ਕੀਤਾ। ਉਹ ਕਹਿੰਦੇ ਵੀ ਜਦੋਂ ਮੇਰੀ ਵਾਰੀ ਸੀ ਉਹ ਤਾਂ ਸਾਰੇ ਰੌਲਾ ਪਾਉਂਦੇ ਸੀ, ਹੁਣ ਉਹ ਕਾਫੀ ਬੈਡ ਸਿਚੁਏਸ਼ਨ 'ਚ ਆ। ਸੋ ਕਹਿੰਦਾ ਮੈਨੂੰ ਨਹੀਂ ਲੱਗਦਾ ਵੀ ਉਹ ਜਿਹੜੀ 2021 ਦੇ ਵਿੱਚ ਨਿਊਯਾਰਕ ਸਿਟੀ ਦੀ ਜਿਹੜੀ ਮੇਅਰ ਦੀ ਰੇਸ ਹੋਣੀ ਆ ਉਹਦੇ ਵਿੱਚ ਡੈਮੋਕ੍ਰੇਟਸ ਸਰਵਾਈਵ ਕਰ ਸਕੂਗੇ। ਸੋ ਆਪਾਂ ਨੂੰ ਸਾਰਿਆਂ ਨੂੰ ਪਤਾ ਆ ਵੀ ਜਿਹੜੇ ਮੇਅਰ ਕੁਓਮੋ ਆ ਉਹ ਹੁਣ ਪਹਿਲਾਂ ਤਾਂ ਗਵਰਨਰ ਕੁਓਮੋ ਬਜ਼ੁਰਗਾਂ ਦੀਆਂ ਮੌਤਾਂ ਨੂੰ ਲੈ ਕੇ ਫਿਰ ਇੱਕ ਬੀਬੀ ਨੇ ਚਾਰਜ ਲਾਏ ਸੀ, ਹੁਣ ਇੱਕ ਹੋਰ ਸੈਕੰਡ ਲੇਡੀ ਜਿਹੜੀ ਆ ਉਹ ਵੀ ਮੈਦਾਨ 'ਚ ਆ ਗਈ ਆ ਵੀ ਮੈਨੂੰ ਵੀ ਜਿਹੜਾ ਸੈਕਸ਼ੂਅਲੀ ਹਰਾਸ ਕੀਤਾ ਗਿਆ ਸੀ। ਜੀ ਹਰਜੋਤ ਸਿੰਘ ਜੀ ਤੁਹਾਨੂੰ ਮੈਂ ਕਰੈਕਟ ਕਰਦਾ ਜਾਵਾਂ, ਉਹ ਮੇਅਰ ਨਹੀਂ ਉਹ ਗਵਰਨਰ ਨੇ। ਮੇਅਰ ਜੀ ਗਵਰਨਰ ਆ, ਪਰ ਮੇਅਰ ਦੀ ਜਿਹੜੀ ਇਲੈਕਸ਼ਨ ਹੋਣੀ ਹੈ ਇਸ ਵਾਰ ਜੀ ਬਿਲਕੁਲ ਨਿਊਯਾਰਕ ਸਿਟੀ ਦੇ ਵਿੱਚ, ਉਹ ਨਿਊਯਾਰਕ ਦੇ ਗਵਰਨਰ ਆ ਜੀ। ਤੇ ਉਹ ਇਹ ਦੱਸਦੇ ਜਾਈਏ ਵੀ ਆਲਰੇਡੀ ਅਟਰਨੀ ਜਨਰਲ ਜਿਹੜਾ ਉੱਥੋਂ ਦਾ ਹੈਗਾ ਆ ਸਟੇਟ ਦਾ, ਉਹਦੇ ਕੋਲ ਕਹਿੰਦੇ ਵੀ ਇੰਡੀਪੈਂਡੈਂਟ ਇਨਕੁਆਇਰੀ ਜਿਹੜੀ ਇਸ ਦੀ ਜਿਹੜੀ ਉਹ ਹੋਊਗੀ। ਕੁਛ ਡੈਮੋਕਰੇਟ ਜਿਹੜੇ ਜਿਨ੍ਹਾਂ 'ਚ AOC ਹੈਗੀ ਆ ਉਹਨਾਂ ਨੇ ਵੀ ਕਿਹਾ ਵੀ ਜਿਹੜੇ ਵੀ ਇਹ ਔਰਤਾਂ ਨੇ
ਦੱਸਿਆ ਹੈ। ਇਹ ਟੋਟਲੀ ਇਸ ਦੀ ਜਿਹੜੀ ਪੂਰਨ ਤੌਰ ਦੇ ਉੱਤੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ, ਜਿਹੜੀ ਕਿ ਗਵਰਨਰ ਦੇ ਜਿਹੜੇ ਆ ਉਸ ਦੇ ਅਧੀਨ ਨਹੀਂ ਹੋਵੇ। ਇੱਕ ਇੰਡੀਪੈਂਡੈਂਟ ਇਨਕੁਆਇਰੀ ਜਿਹੜੀ ਹੋਊਗੀ ਅਤੇ ਉਹਨਾਂ ਨੇ ਰਿਵਿਊ ਕਰਨ ਦੇ ਲਈ ਜਿਹੜੇ ਹੁਣ ਇਹ ਚਾਰਜਿਸ ਹੈਗੇ ਆ ਉਹ ਅਟਰਨੀ ਜਨਰਲ ਦੇ ਆਫਿਸ ਤੱਕ ਜਿਹੜੇ ਉੱਥੇ ਘੱਲੇ ਹੈਗੇ ਨੇ। ਸੋ ਇਸ ਦੇ ਉੱਤੇ ਜਲਦ ਤੋਂ ਜਲਦ ਜਿਹੜਾ ਉਹ ਪਤਾ ਲੱਗਣਾ ਚਾਹੀਦਾ ਆ ਵੀ ਕਿ ਇਸ ਦੇ ਵਿੱਚ ਸੱਚਾਈ ਹੈਗੀ ਆ, ਕਿਉਂਕਿ ਇਹੀ ਡੈਮੋਕ੍ਰੇਟ ਸੀਗੇ ਜਦੋਂ ਰਿਪਬਲਿਕਨਜ਼ ਖਾਸ ਕਰਕੇ ਟਰੰਪ ਹੋਣਾ ਦੇ ਵੇਲੇ ਵੀ ਜਿਹੜਾ ਉਹਨਾਂ ਨੇ ਕਾਫੀ ਬੋਲਿਆ ਸੀ, ਪਰ ਐਟਲੀਸਟ ਉਹ ਜਿਹੜੇ ਇਸ ਟਾਈਮ ਬੋਲ ਰਹੇ ਆ ਉਸ ਟਾਈਮ ਦੇ ਉੱਤੇ ਰਿਪਬਲਿਕਨ ਉਹਨਾਂ ਨੇ ਉਹ ਸਾਰੇ ਦੋਸ਼ਾਂ ਦੇ ਉੱਤੇ ਜਿਹੜੀ ਆ ਉਹ ਨਜ਼ਰ ਵੱਟ ਕੇ ਰੱਖੀ ਸੀਗੀ। ਅਗਲੀ ਯੂਰਪ ਤੋਂ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ, ਉੱਥੋਂ ਦਾ ਸਾਬਕਾ ਰਾਸ਼ਟਰਪਤੀ ਫਰਾਂਸ ਦਾ ਸਾਰਕੋਜ਼ੀ, ਉਸ ਨੂੰ ਹੁਣ ਜੇਲ੍ਹ ਦੇ ਵਿੱਚ ਜਿਹੜਾ ਉਹ ਡੱਕ ਦਿੱਤਾ ਗਿਆ ਆ। ਉਸ ਨੂੰ ਜਿਹੜੀ ਸਜ਼ਾ ਆ ਉਹ ਸੁਣਾ ਦਿੱਤੀ ਗਈ ਆ। ਸਾਬਕਾ ਰਾਸ਼ਟਰਪਤੀ ਸਰਕੋਜ਼ੀ ਉਸ ਦੇ ਉੱਤੇ ਕਰਪਸ਼ਨ ਦੇ ਭ੍ਰਿਸ਼ਟਾਚਾਰ ਦੇ ਜਿਹੜੇ ਦੋਸ਼ ਆ ਉਹ ਸਾਬਤ ਹੋਏ ਨੇ ਅਦਾਲਤ ਦੇ ਵਿੱਚ, ਪੈਰਿਸ ਦੀ ਇੱਕ ਅਦਾਲਤ ਦੇ ਵਿੱਚ ਵੀ। ਉਸ ਤੋਂ ਬਾਅਦ ਦੇ ਵਿੱਚ ਹੁਣ ਇਸ ਨੂੰ ਸਜ਼ਾ ਜਿਹੜੀ ਉਹ ਸੁਣਾਈ ਗਈ ਆ। 3 ਸਾਲਾਂ ਦੀ ਜੇਲ੍ਹ ਸੈਂਟੈਂਸ ਹੋਊਗੀ ਅਤੇ ਜਿਹਦੇ ਵਿੱਚ ਜਿਹੜੇ 2 ਸਾਲ ਆ ਉਹ ਸਸਪੈਂਡ ਕੀਤੇ ਗਏ ਨੇ। ਕਹਿੰਦੇ ਇਸ ਦੇ ਉੱਤੇ ਜਿਹੜੇ ਦੋਸ਼ ਸੀਗੇ ਵੀ ਇਸ ਨੇ ਜੱਜਾਂ ਨੂੰ ਉੱਥੋਂ ਦੇ ਉਹ ਰਿਸ਼ਵਤ ਦਿੱਤੀ ਅਤੇ ਆਪਣੇ ਜਿਹੜਾ ਇਨਫਲੂਐਂਸ ਜਿਹੜਾ ਉਹ ਕੀਤਾ ਆਪਣੇ ਆਫਿਸ ਦੇ ਵਿੱਚ ਰਹਿਣ ਦੇ ਲਈ, ਅਤੇ ਇਹ ਜਿਹੜੇ ਹੁਣ ਭ੍ਰਿਸ਼ਟਾਚਾਰ ਦੇ ਇਸ ਦੇ ਉੱਤੇ ਦੋਸ਼ ਆ ਉਹ ਸਾਬਤ ਹੋ ਚੁੱਕੇ ਹੋਏ ਨੇ। ਸੋ ਕਹਿੰਦੇ ਵੀ ਇੱਕ ਜੱਜ ਦੇ ਨਾਲ ਉਸਨੇ ਕੌਨਫੀਡੈਂਸ਼ੀਅਲ ਗੋਪਨੀਏ ਜਿਹੜੀ ਜਾਣਕਾਰੀ ਆ ਉਹ ਵੀ ਇਸ ਦੇ ਵਿੱਚ ਉਸ ਦਾ ਆਦਾਨ ਪ੍ਰਦਾਨ ਵੀ ਕਰਨ ਦੇ ਲਈ ਜਿਹੜੇ ਆ ਇਹ ਰਿਸ਼ਵਤਾਂ ਉਸ ਦੇ ਵਿੱਚ ਦਿੱਤੀਆਂ ਸੀਗੀਆਂ 2007 ਦੇ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਦੌਰਾਨ। ਅਗਲੀ ਖਬਰ ਜਿਹੜੀ ਉਹ ਟੈਕਸਸ ਤੋਂ ਆ ਰਹੀ ਹੈ। ਟੈਕਸਸ ਦੇ ਵਿੱਚ ਪਿਛਲੇ ਹਫ਼ਤਿਆਂ ਦੇ ਦੌਰਾਨ ਜਿਹੜਾ ਉੱਥੇ ਦਾ ਮੌਸਮ ਆ ਬਹੁਤ ਖਰਾਬ ਹੋਇਆ, ਜਿਹਦੇ ਨਾਲ ਨੁਕਸਾਨ ਵੀ ਬਹੁਤ ਹੋਇਆ। ਬਿਜਲੀ ਵੀ ਲਗਭਗ ਸਾਰੇ ਟੈਕਸਸ ਲੋਕਾਂ ਦੀ ਚਲੇ ਗਈ ਸੀ। ਹੁਣ ਉਹ ਇਲੈਕਟ੍ਰੀਸਿਟੀ ਦੀ ਜਿਹੜੀ ਕੰਪਨੀ ਹੈਗੀ ਆ ਉਹ ਕਹਿੰਦੇ ਆ ਵੀ ਅਸੀਂ ਬੈਂਕਰਪਸੀ ਫਾਈਲ ਕਰਨ ਜਾ ਰਹੇ ਹਾਂ। ਟੈਕਸਸ ਐਨਰਜੀ ਨੇ ਇਹ ਆਲਰੇਡੀ ਅਨਾਊਂਸ ਕਰ ਦਿੱਤਾ ਕਿ ਸਾਡਾ ਲਾਸ ਬਹੁਤ ਹੋਇਆ, ਅਤੇ ਦੂਸਰੇ ਨੰਬਰ 'ਤੇ ਉਹਨਾਂ ਨੂੰ ਇਹ ਖਤਰਾ ਵੀ ਆ ਵੀ ਉਹਨਾਂ ਦੇ ਉੱਤੇ ਲਾ ਸੂਟ ਫਾਈਲ ਹੋਣਗੇ। ਓਵਰਆਲ ਜੇ ਇੰਸ਼ੋਰੈਂਸ ਦੇ ਮਾਡਲਸ ਦੇਖਦੇ ਜਾਈਏ, ਕਹਿੰਦੇ ਵੀ $90 ਬਿਲੀਅਨ ਦਾ ਲਾਸ ਹੋਇਆ ਟੈਕਸਸ ਦੇ ਵਿੱਚ। ਸੋ ਇਹ ਇੱਕ ਬਹੁਤ ਵੱਡਾ ਜਿਹੜਾ ਲਾਸ ਹੈਗਾ ਜੀ। ਸੋ ਕੈਪੀਟਲਿਸਟ ਦੀ ਉੱਥੇ ਸਭ ਤੋਂ ਵੱਡੀ ਜਿਹੜੀ ਉਦਾਹਰਨ ਸੀਗੀ, ਉੱਥੇ ਕੋਈ ਰੈਗੂਲੇਸ਼ਨ ਨਹੀਂ ਸੀਗੀ ਉੱਥੇ ਬਿਜਲੀ ਵਾਲਿਆਂ ਦੀ, ਅਤੇ ਹੁਣ ਲੋਕ ਜਿਹੜੇ ਆ ਉਹਨਾਂ ਦੇ ਵਧੇ ਹੋਏ ਬਿੱਲਾਂ ਦਾ ਜਿਹੜਾ ਕਾਫੀ ਵੱਡਾ ਜਿਹੜਾ ਉਸ ਟਾਈਮ ਸ਼ਿਕਾਰ ਜਿਹੜਾ ਹੋ ਰਹੇ ਸੀਗੇ ਹੋਏ ਹੈਗੇ ਆ। ਅਤੇ ਬਹੁਤ ਸਾਰੇ ਲੋਕਾਂ ਨੇ ਉਹਨਾਂ ਕੰਪਨੀਆਂ ਦੇ ਖਿਲਾਫ ਹੁਣ ਕਈਆਂ ਨੇ ਰੋਂਗਫੁਲ ਡੈਥ ਅਤੇ ਕਈਆਂ ਨੇ ਜਿਹੜਾ ਆ ਇਹਨਾਂ ਦੇ ਖਿਲਾਫ ਕਲਾਸ ਐਕਸ਼ਨ ਲਾ ਸੂਟ ਜਿਹੜੇ ਉਹ ਫਾਈਲ ਕੀਤੇ ਹੈਗੇ ਨੇ। ਅੱਜ ਜਿਹੜਾ ਹਰਜੋਤ ਸਿੰਘ ਜੀ ਸਟਾਕ ਮਾਰਕੀਟ ਦੇ ਵਿੱਚ ਕਾਫੀ ਵੱਡੀ ਜਿਹੜੀ ਆ ਉਹ ਚੜ੍ਹਾਈ ਜਿਹੜੀ ਉਹ ਚੱਲ ਰਹੀ ਆ, ਤਕਰੀਬਨ 2% ਜਿਹੜਾ ਆ ਉਹ ਉੱਤੇ ਨੂੰ ਗਿਆ ਹੈਗਾ ਆ। ਸੋ ਦੇਖਦੇ ਹਾਂ ਵੀ ਐਂਡ ਤੱਕ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਉਹ ਰਹਿੰਦਾ ਹੈਗਾ ਆ। ਉੱਧਰ ਸਟਾਕਸ ਦੇ ਵਿੱਚ ਕਹਿੰਦੇ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਜਿਹੜੀ ਖਾਸ ਕਰਕੇ ਇਲੈਕਟ੍ਰਿਕ ਵਹੀਕਲ ਅਤੇ ਜਿਹੜੀਆਂ ਚਾਹੇ ਸੋਲਰ ਵਾਲੀਆਂ ਜਾਂ ਰੀਨਿਊਏਬਲ ਬੇਸਿਕਲੀ ਐਨਰਜੀ ਵਾਲੀਆਂ ਆ, ਉਹਨਾਂ ਦੇ ਸਟਾਕ ਉੱਤੇ ਜਾਣ ਦੀ ਕਾਫੀ ਵੱਡੀ ਸੰਭਾਵਨਾ ਜਿਹੜੀ ਹੈ ਉੱਥੋਂ ਦੇ ਜਿਹੜੇ ਮਾਹਰਾਂ ਦੇ ਦੁਆਰਾ ਜਿਹੜੀ ਉਹ ਦੱਸੀ ਜਾ ਰਹੀ ਹੈ, ਕਿਉਂਕਿ ਇਨਫਰਾਸਟਰਕਚਰ ਜਿਹੜਾ ਲਿਆਂਦਾ ਜਾ ਰਿਹਾ ਹੈ ਪ੍ਰੈਜ਼ੀਡੈਂਟ ਬਾਈਡਨ ਦੇ ਦੁਆਰਾ, ਉਸ ਦੇ ਵਿੱਚ ਉਹ ਇਸ ਦੇ ਉੱਤੇ ਕਾਫੀ ਜਿਹੜਾ ਆ ਰੀਨਿਊਏਬਲ ਐਨਰਜੀ ਦੇ ਉੱਤੇ ਜਿਹੜਾ ਉਹ ਜ਼ੋਰ ਦੇਣ ਵਾਲੇ ਹੈਗੇ ਨੇ। ਜੀ, ਅਗਲੀ ਖਬਰ ਜੇ ਕਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ ਆਪਾਂ ਤੁਹਾਡੇ ਨਾਲ ਕੁਝ ਡਾਟਾ ਸਾਂਝੇ ਕਰਦੇ ਜਾਈਏ। ਅੱਜ ਤੱਕ ਅਮਰੀਕਾ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ 28,07,06,169 ਲੋਕ ਜਿਹੜੇ ਆ ਉਹ ਪੋਜ਼ਿਟਿਵ ਪਾਏ ਗਏ ਆ। ਸੋ ਬਹੁਤ ਵੱਡੀ ਗਿਣਤੀ ਆ। 5,15,544 ਲੋਕਾਂ ਦੀ ਮੌਤ ਜਿਹੜੀ ਆ USA ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਹੋ ਚੁੱਕੀ ਹੈਗੀ ਆ। ਫਰਾਈਡੇ ਨਾਲੋਂ ਪਿਛਲੇ ਸ਼ੁੱਕਰਵਾਰ ਨਾਲੋਂ 4784 ਲੋਕ ਅੱਜ ਹੋਰ ਜਿਹੜੇ ਆ ਐਡ ਹੋ ਗਏ ਆ। 47,352 ਜਿਹੜੇ ਲੋਕ ਹੈਗੇ ਆ ਉਹ ਹੁਣ ਹਸਪਤਾਲਾਂ ਦੇ ਵਿੱਚ ਐਡਮਿਟ ਹੈਗੇ ਆ। ਅਤੇ ਜਿਹੜੀ ਕਾਫੀ ਵੱਡੀ ਗਿਣਤੀ ਆ। 59 ਦਿਨ ਰਹਿ ਗਏ ਆ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਕਿਹਾ ਸੀ ਵੀ ਉਹਨਾਂ ਦੀ ਜਿਹੜੀ 100 ਦਿਨ ਦੀ ਵੈਕਸੀਨੇਸ਼ਨ ਗੋਲ ਆ ਉਹਦੇ ਵਿੱਚ ਪਹੁੰਚਣ ਦੇ ਲਈ। ਜੇ ਹੁਣ ਤੱਕ ਜਿੰਨੇ ਲੋਕਾਂ ਦੇ ਟੀਕੇ ਲੱਗੇ ਹੈਗੇ ਆ, ਵੈਕਸੀਨੇਸ਼ਨ ਹੋਈ ਆ, ਉਹਨਾਂ ਦੀ ਗਿਣਤੀ ਦੱਸਦੀ ਜਾਈਏ 24,07,79,920 ਲੋਕਾਂ ਦੇ ਜਿਹੜੇ ਆ ਉਹ ਟੀਕੇ ਲੱਗ ਚੁੱਕੇ ਹੈਗੇ ਆ।
ਜੀ ਸੀਡੀਸੀ ਦੇ ਡਾਇਰੈਕਟਰ ਇਹਨਾਂ ਦੇ ਮੈਂ ਐਡ ਕਰਦਾ, ਇਹ ਫੁੱਲੀ ਲੱਗ ਚੁੱਕੇ ਆ, ਜਿਨ੍ਹਾਂ ਦੇ 2-2 ਲੱਗਣੇ ਆ। ਜਿਨ੍ਹਾਂ ਦਾ 1 ਲੱਗਣਾ ਹੈਗਾ ਆ ਉਹ 75 ਮਿਲੀਅਨ 2,36,000 ਲੋਕਾਂ ਦੇ ਲੱਗ ਚੁੱਕੇ ਆ। ਸੋ ਉਹਨਾਂ ਦੇ ਸੈਕੰਡ ਟੀਕਾ ਲੱਗਣਾ ਆ। ਤੇ ਜੌਨਸਨ ਐਂਡ ਜੌਨਸਨ ਨੇ ਅੱਜ ਅਨਾਊਂਸ ਕਰ ਦਿੱਤਾ ਵੀ ਉਹ 1-2 ਦਿਨਾਂ ਦੇ ਵਿੱਚ ਜਿਹੜੇ ਉਹਨਾਂ ਦੇ ਵੈਕਸੀਨ ਆ ਉਹ ਪਹੁੰਚਣੇ ਸ਼ੁਰੂ ਹੋ ਜਾਊਗੇ। ਉਹ ਸਿਰਫ ਜੌਨਸਨ ਐਂਡ ਜੌਨਸਨ ਦਾ 1 ਹੀ ਟੀਕਾ ਲੱਗੂਗਾ। ਜੀ FDA ਨੇ ਵੀਕਐਂਡ ਦੇ ਉੱਤੇ ਇਸ ਤੀਜੀ ਵੈਕਸੀਨੇਸ਼ਨ ਨੂੰ ਜਿਹੜੀ ਐਮਰਜੈਂਸੀ ਆਥੋਰਾਈਜੇਸ਼ਨ ਯਾਨੀ ਕਿ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਇਹਨਾਂ ਨੂੰ ਮਨਜ਼ੂਰੀ ਜਿਹੜੀ ਉਹ ਦੇ ਦਿੱਤੀ ਹੈ ਵੀ ਇਸ ਨੂੰ ਐਜ਼ ਏ ਵੈਕਸੀਨ ਟੀਕਾਕਰਨ ਦੇ ਵਿੱਚ ਜਿਹੜਾ ਉਸ ਨੂੰ ਵਰਤਿਆ ਜਾ ਸਕਦਾ ਆ। ਖਾਸ ਕਰਕੇ ਦੂਰ ਦਰਾਡੇ ਵਾਲੇ ਇਲਾਕਿਆਂ ਦੇ ਵਿੱਚ ਜਿੱਥੇ ਇੱਦਾਂ ਦੀਆਂ ਚੀਜ਼ਾਂ ਨੂੰ ਲੌਜਿਸਟਿਕਲੀ ਪਹੁੰਚਾਉਣਾ ਔਖਾ ਹੁੰਦਾ ਆ, ਉਹਨਾਂ ਦੇ ਲਈ ਇਹ ਕਾਫੀ ਵਧੀਆ ਜਿਹੜਾ ਰਹੂਗਾ ਵੀ ਇੱਕੋ ਟੀਕੇ ਦੇ ਨਾਲ ਹੀ ਵੈਕਸੀਨੇਸ਼ਨ ਹੋਊਗੀ। ਬੀਤੇ ਦਿਨਾਂ 'ਚ ਹਰਜੋਤ ਸਿੰਘ ਜੀ ਯਾਦ ਹੋਣਾ ਵੀਕਐਂਡ ਦੇ ਉੱਤੇ ਕਿੱਦਾਂ ਜਿਹੜੀ ਖਬਰ ਚੱਲੀ ਸੀਗੀ ਵੀ ਵੈਕਸੀਨ ਜਿਹੜੀਆਂ ਉਹ ਸੁੱਟ ਦਿੱਤੀਆਂ ਜਾਂਦੀਆਂ ਸੀਗੀਆਂ। ਸੋ ਇਹ ਹੁਣ ਕਾਫੀ ਜਿਹੜੀ ਹੈ ਉਹ ਰੌਲਾ ਜਿਹੜਾ ਉਸ ਦੇ ਵਿੱਚ ਪਿਆ ਸੀਗਾ ਵੀ ਕਿਸ ਹਿਸਾਬ ਦੇ ਨਾਲ ਇੱਦਾਂ ਜਿਹੜਾ ਉਹ ਗੱਲ ਜਿਹੜੀ ਉਹ ਕੀਤੀ ਜਾ ਰਹੀ ਆ ਵੀ ਜਿਹੜੀਆਂ ਕਈ ਫਾਰਮੇਸੀ ਵਾਲੇ ਆ ਕਹਿੰਦੇ ਵੀ ਸਾਨੂੰ ਕਹਿ ਰਹੇ ਸੀਗੇ ਵੀ ਜਿਹੜੀਆਂ ਵਾਧੂ ਪਈਆਂ ਆ ਉਹਨਾਂ ਨੂੰ ਜਿਹੜਾ ਉਹ ਸੁੱਟ ਦਿਓ, ਲੋਕਾਂ ਦੇ ਜਿਹੜੀਆਂ ਉਹ ਲਾਈਆਂ ਨਹੀਂ ਗਈਆਂ। ਸੋ ਇਹ ਇੱਕ ਵੱਡਾ ਜਿਹੜਾ ਉਹ ਮਸਲਾ ਜਿਹੜਾ ਬਣਿਆ ਹੈ। ਰਾਈਟ ਏਡ ਜਿਹੜੀ ਫਾਰਮੇਸੀ ਆ ਉਹਨਾਂ ਦੇ ਵਿੱਚ ਇੱਦਾਂ ਜਿਹੜਾ ਉਹ ਹੋਇਆ ਸੀਗਾ। ਸੋ ਉੱਧਰ ਇਸੇ ਦੇ ਨਾਲ ਹੀ ਗੱਲ ਕਰਦੇ ਜਾਈਏ, CDC ਦੇ ਜਿਹੜੇ ਡਾਇਰੈਕਟਰ ਹੈਗੇ ਨੇ ਡਾਕਟਰ ਰੋਚੈਲ ਵਾਲੈਂਸਕੀ, ਉਹਨਾਂ ਨੇ ਕਿਹਾ ਆ ਵੀ ਉਹ ਚਿੰਤਾ ਪ੍ਰਗਟਾ ਰਹੇ ਨੇ ਵੀ ਜਿਸ ਤਰੀਕੇ ਦੇ ਨਾਲ ਬਹੁਤ ਸਾਰੇ ਸੂਬੇ ਆ ਆਪਣੇ COVID-19 ਦੀਆਂ ਰਿਸਟ੍ਰਿਕਸ਼ਨਸ ਆ ਉਹਨਾਂ ਨੂੰ ਵਾਪਸ ਲੈ ਰਹੇ ਆ, ਯਾਨੀ ਕਿ ਉਹ ਰਿਸਟ੍ਰਿਕਸ਼ਨਸ ਨੂੰ ਹਟਾ ਰਹੇ ਆ। ਕਹਿੰਦੇ ਵੀ ਮੈਂ ਤੁਹਾਨੂੰ ਕਲੀਅਰਲੀ ਕਹਿੰਦੇ ਮੈਨੂੰ ਜਿਹੜਾ ਉਹ ਸੁਣੋ ਅਤੇ ਮੈਂ ਕਹਿਣਾ ਚਾਹੁੰਦੀ ਹਾਂ ਵੀ ਜਿੰਨੇ ਕੇਸਿਸ ਹੈਗੇ ਆ ਅਤੇ ਜਿੰਨੇ ਵੇਰੀਐਂਟਸ ਆ ਸਪਰੈਡ ਹੋ ਰਹੇ ਆ, ਇਹ ਨੰਬਰ ਅਜੇ ਵੀ ਜ਼ਿਆਦਾ ਆ। ਇਹ ਜਿਹੜੀ ਸਟੈਗਨੈਂਟ ਹੋਇਆ ਆ, ਇਹ ਲੈਵਲ ਆਫ ਹੋ ਰਿਹਾ ਹੈ ਬੜੇ ਹਾਈ ਨੰਬਰ ਦੇ ਉੱਤੇ ਆ ਅਤੇ ਅਜੇ ਵੀ ਇਸ ਦੇ ਕਰਕੇ ਜਿਹੜਾ ਆ ਉਹ ਚਿੰਤਾ ਬਰਕਰਾਰ ਹੈਗੀ ਆ। ਉੱਦਾਂ COVID-19 ਦੇ ਕੇਸਾਂ ਦੇ ਵਿੱਚ ਜਨਵਰੀ ਦੇ ਮੁਕਾਬਲੇ ਹੁਣ ਕਹਿੰਦੇ ਕਾਫੀ ਗਿਰਾਵਟ ਦੇਖੀ ਗਈ ਆ, ਪਰ ਅਜੇ ਵੀ 70,000 ਨਵੇਂ ਕੇਸ ਹਰ ਦਿਨ ਜਿਹੜੇ ਆ ਅਮਰੀਕਾ ਦੇ ਵਿੱਚ ਨੋਟ ਕੀਤੇ ਜਾ ਰਹੇ ਨੇ। ਕਹਿੰਦੇ ਵੀ ਇਹ ਆંકੜਿਆਂ ਦੇ ਮੁਤਾਬਕ ਇਹ ਚਿੰਤਾ ਹੈਗੀ ਆ ਵੀ ਪਬਲਿਕ ਹੈਲਥ ਮੈਜਰਸ ਜਿਹੜੇ ਆ ਵਾਪਸ ਲਏ ਜਾ ਰਹੇ ਆ, ਉਹ ਲੋਕਾਂ ਦੀ ਜਿਹੜੀ ਪ੍ਰੋਟੈਕਸ਼ਨ COVID-19 ਤੋਂ ਆ ਉਸ ਦੇ ਵਿੱਚ ਇੱਕ ਹਿਸਾਬ ਦੇ ਨਾਲ ਰੁਕਾਵਟ ਕਰ ਸਕਦੇ ਆ ਵੀ ਪ੍ਰੋਟੈਕਸ਼ਨ ਉਹਨਾਂ ਦੀ ਜਿਹੜੀ ਉਹ ਘੱਟ ਸਕਦੀ ਆ। ਸੋ ਇਹ ਹੁਣ ਦੇਖਦੇ ਹਾਂ ਹਰਜੋਤ ਸਿੰਘ ਜੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। ਰਾਈਟ ਨਾਓ ਦਾ ਵੇਰੀਐਂਟ ਇੰਨੇ ਕੁ ਜ਼ਿਆਦਾ ਹੋ ਚੁੱਕੇ ਆ ਵੀ ਹੁਣ ਪਤਾ ਹੀ ਨਹੀਂ ਜਿਹੜਾ ਉਹ ਲੱਗ ਰਿਹਾ ਵੀ ਕਿੱਦਾਂ ਦੇ ਆ। ਇੱਕ ਨਿਊਯਾਰਕ ਵਾਲਾ ਵੀ ਨਵਾਂ ਵੇਰੀਐਂਟ ਜਿਹੜਾ ਆ ਉਸ ਦੀ ਚਰਚਾ ਜਿਹੜੀ ਉਹ ਹੁਣ ਛਿੜੀ ਹੋਈ ਆ। ਜੀ ਅਗਲੀ ਖਬਰ ਫਲੋਰੀਡਾ ਤੋਂ ਆ ਰਹੀ ਹੈ, ਜਿੱਥੇ ਕਿ ਕਹਿੰਦੇ ਇੱਕ ਬੰਦਾ ਹਰਮੀਲੋ ਜ਼ੈਜ਼ਮਾਈਨਸ ਨਾਮ ਦਾ ਉਹ ਗੋਲਫ ਖੇਲਦਾ ਸੀ ਅਤੇ ਉਹ ਤੋਂ ਬਾਅਦ ਉਹਦਾ ਜਿਹੜਾ ਬਾਲ ਆ ਉਹ ਡਿੱਗ ਪਿਆ ਇੱਕ ਤਲਾਅ ਦੇ ਵਿੱਚ ਅਤੇ ਉਹਨੂੰ ਉਹ ਲੱਭਣ ਗਿਆ ਅਤੇ ਉਹ ਮੁੜ ਕੇ ਉਹਦੇ ਵਿੱਚ ਉਹ ਡੁੱਬ ਗਿਆ ਅਤੇ ਉਹਦੀ ਬੋਡੀ ਜਿਹੜੀ ਆ ਬਾਅਦ ਦੇ ਵਿੱਚ ਲੱਭੀ ਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਨਾਰਵੇਚ ਦੇ ਵਿੱਚ ਇਸ ਟਾਈਮ ਇੱਕ ਸਿੱਖ ਆਰਟ ਗੈਲਰੀ ਜਿਹੜੀ ਆ ਉਹ ਲਾਈ ਗਈ ਹੈਗੀ ਆ। ਸੋ ਸਵਰਨਜੀਤ ਸਿੰਘ ਖਾਲਸਾ ਉਹਨਾਂ ਨੇ ਜਿਹੜੇ ਕੁਛ ਆਰਟੀਫੈਕਟਸ ਅਤੇ ਸਿੱਖ ਆਰਟ ਗੈਲਰੀ ਜਿਹੜੀ ਆ ਉਸ ਦਾ ਉੱਥੇ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਹੈ। ਕਹਿੰਦੇ ਵੀ ਨਾਲ ਦੇ ਨਾਲ ਕਹਿੰਦੇ ਵੀ ਉਹ ਮੈਡੀਕਲ ਕਲੀਨਿਕ ਅਤੇ ਡੈਂਟਲ ਪ੍ਰੈਕਟਿਸ ਵੀ ਜਿਹੜੀ ਉੱਥੇ ਉਹ ਕਰਦੇ ਨੇ, ਪਰ ਉਹਨਾਂ ਨੇ ਇਹ ਵਿਸ਼ੇਸ਼ ਤੌਰ ਦੇ ਉੱਤੇ ਆਰਟ ਗੈਲਰੀ ਜਿਹੜੀ ਉਹ ਲਾਈ ਆ ਤਾਂ ਜੋ ਜਿਹੜੇ ਸਿੱਖਾਂ ਦੇ ਅਤੇ ਆਪਣੇ ਜਿਹੜੇ ਪੰਜਾਬੀਆਂ ਦੀ ਉਸ ਦੇ ਬਾਰੇ ਆਈਡੈਂਟਿਟੀ ਨੂੰ ਲੈ ਕੇ ਜਿਹੜਾ ਆ ਉਹ ਵੱਧ ਤੋਂ ਵੱਧ ਜਿਹੜਾ ਉਸਥੋਂ ਦੇ ਇਲਾਕਿਆਂ ਦੇ ਵਿੱਚ ਦੱਸਿਆ ਜਾ ਸਕੇ। ਜੀ ਅਗਲੀ ਖਬਰ ਐਂਟਾਰਕਟਿਕਾ ਤੋਂ ਆ ਰਹੀ ਆ, ਜਿਹੜੀ ਕਿ ਦੇਖੋ ਹੁਣ ਕਲਾਈਮੇਟ ਚੇਂਜ ਦੇ ਨਾਲ ਬਹੁਤ ਵੱਡਾ ਅਸਰ ਪੈ ਰਿਹਾ। ਇੱਕ ਆਈਸਬਰਗ ਕਹਿੰਦੇ ਜਿੱਦਾਂ ਆਈਸਬਰਗ ਹੁੰਦਾ ਵੱਡਾ ਸਾਰਾ ਜਿਹੜਾ ਸਨੋ ਦਾ ਆਈਸ ਦਾ ਜਿਹੜਾ ਟੋਟਾ ਆ ਉਹ 492 ਫੁੱਟ ਮੋਟਾ ਅਤੇ 490 ਸਕੁਆਇਰ ਮਾਈਲ ਜਿਹੜਾ ਹੈਗਾ ਆ ਉਹ ਟੁੱਟ ਗਿਆ ਹੈਗਾ ਆ ਬਰੰਟ ਆਈਸ ਸ਼ੈਲਫ ਦੇ ਵਿੱਚ। ਅਤੇ ਨਿਊਯਾਰਕ ਸਿਟੀ ਦਾ ਜੇ ਪੂਰਾ ਏਰੀਆ ਦੇਖਿਆ ਜਾਵੇ ਉਹਦੇ ਨਾਲੋਂ ਵੱਡਾ ਹੈਗਾ ਆ। ਸੋ ਉਹ ਕਿਸੇ 26 ਫਰਵਰੀ ਨੂੰ ਜਿਹੜਾ ਆ ਬਾਸ ਇੱਕ ਔਰਗਨਾਈਜੇਸ਼ਨ ਆ ਉਹਨਾਂ ਨੇ ਨੋਟਿਸ ਕੀਤਾ ਸੀ
ਤੇ ਉਹ ਹੁਣ ਕਹਿੰਦੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਉੱਥੋਂ ਟੁੱਟ ਕੇ ਜਿਹੜਾ ਅੱਗੇ ਜਾ ਸਕਦਾ ਹੈ ਤੇ ਇਹਦੇ ਨਾਲ ਜਿਹੜਾ ਆ ਫਲੱਡਿੰਗ ਵੀ ਹੋ, ਕਾਫੀ ਅਸਰ ਪਊਗਾ ਜਿਹੜਾ ਟੈਂਪਰੇਚਰ ਦੇ ਉੱਤੇ ਵੀ। ਪ੍ਰੋਫੈਸਰ ਡੇਮ ਜੇਨ ਫਰਾਂਸਿਸ ਜਿਹੜੇ ਡਾਇਰੈਕਟਰ ਆ ਬ੍ਰਿਟਿਸ਼ ਐਂਟਾਰਕਟਿਕ ਸਰਵੇ ਦੇ, ਉਹਨਾਂ ਦੀ ਟੀਮ ਨੇ ਇਹ ਦੱਸਿਆ ਆ ਵੀ ਅਸੀਂ ਪੂਰਾ ਮੋਨੀਟਰ ਕਰ ਰਹੇ ਹੈਗੇ ਆ ਬਰੰਟ ਆਈਸ ਸ਼ੈਲਫ ਜਿਹੜੀ ਮੂਵਮੈਂਟ ਆ ਉਸ ਨੂੰ। ਜੀ ਜੀ ਬਿਲਕੁਲ। ਅਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਪਤ ਹੈਗਾ ਆ। ਉੱਧਰ ਜਾਣ ਤੋਂ ਪਹਿਲਾਂ ਦੱਸਦੇ ਜਾਈਏ, ਐਲਿਜ਼ਾਬੈਥ ਵਾਰਨ ਜਿਹੜੇ ਸੈਨੇਟਰ ਹੈਗੇ ਆ, ਉਹ ਇੱਕ ਨਵਾਂ ਲੈਜਿਸਲੇਸ਼ਨ ਜਿਹੜਾ ਉਹ ਲੈ ਕੇ ਆ ਰਹੇ, ਉਸ ਤੋਂ ਪਰਦਾ ਚੱਕ ਰਹੇ ਆ, ਜਿਹੜਾ ਕਿ ਉਹਨਾਂ ਦਾ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਪ੍ਰਪੋਜ਼ਲ ਵੀ ਸੀਗਾ ਵੀ ਜਿਹੜੇ ਅਲਟਰਾ ਰਿਚ ਆ, ਜਿਹੜੇ ਅਮੀਰਾਂ ਦੇ ਵੀ ਅਮੀਰ ਜਿਹੜੇ ਉਹ ਹੈਗੇ ਆ, ਵੀ ਉਹਨਾਂ ਦੇ ਜਿਹੜੇ ਟੈਕਸ ਆ ਉਸ ਦੇ ਵਿੱਚ ਵਾਧਾ ਕੀਤਾ ਜਾਵੇ। ਇਸ ਦਾ ਨਾਮ ਵੀ ਉਹਨਾਂ ਨੇ ਅਲਟਰਾ ਮਿਲੀਅਨੇਰ ਟੈਕਸ ਐਕਟ ਜਿਹੜਾ ਆ ਉਸ ਨੂੰ ਰੱਖਿਆ ਹੈਗਾ ਆ, ਜਿਸ ਦੇ ਵਿੱਚ ਕਹਿੰਦੇ ਆ ਪ੍ਰਪੋਜ਼ਲ ਇਹ ਆ ਵੀ 2% ਉਹਨਾਂ ਦੀ ਨੈੱਟ ਵਰਥ ਜਿਹੜੇ ਹਾਊਸ ਹੋਲਡਸ ਦੀ ਆ ਉਸ ਦੇ ਉੱਤੇ ਜਿਹੜਾ ਉਹ ਲਾਇਆ ਜਾਵੇ, ਅਤੇ ਜਾਂ ਜਿਹੜੇ ਟਰਸਟ ਉਹਨਾਂ ਦੇ 50 ਮਿਲੀਅਨ ਤੋਂ 1 ਬਿਲੀਅਨ ਦੇ ਦਰਮਿਆਨ ਹੈਗੇ ਆ, ਉਹਨਾਂ ਉੱਤੇ 3% ਜਿਹੜੀ ਆ ਉਹ ਹੋਵੇ, ਅਤੇ ਜਿਨ੍ਹਾਂ ਦੇ 1 ਬਿਲੀਅਨ ਤੋਂ ਜਿਹੜੇ ਉੱਤੇ ਆ ਉਹਨਾਂ ਦੇ ਉੱਤੇ 3% ਜਿਹੜਾ ਹੋਵੇ, ਅਤੇ 2% ਜਿਹੜੇ ਉਹਨਾਂ ਦੇ 50 ਮਿਲੀਅਨ ਤੋਂ 1 ਬਿਲੀਅਨ ਦੇ ਦਰਮਿਆਨ ਜਿਨ੍ਹਾਂ ਦੀ ਹੈਗੀ ਹੈ ਨੈੱਟਵਰਥ, ਉਹਨਾਂ ਉੱਤੇ ਲਾਈ ਜਾਵੇ। ਸੋ ਇਸ ਦੇ ਉੱਥੇ ਪਾਸ ਹੋਊਗਾ ਕਿ ਨਹੀਂ ਹੋਊਗਾ, ਇਹ ਹਾਲ ਦੀ ਘੜੀ ਜਿਹੜਾ ਉਹ ਦੇਖਣ ਵਾਲੀ ਗੱਲ ਰਹੂਗੀ। ਘੱਟ ਚਾਂਸ ਆ ਵੀ ਸ਼ਾਇਦ ਇਹ ਜਿਹੜਾ ਬਿੱਲ ਆ ਇਹਨਾਂ ਦਾ ਸੈਨੇਟ ਦੇ ਵਿੱਚ ਜਿਹੜਾ ਉਹ ਪਾਸ ਹੋਵੇ। ਹਾਲ ਦੀ ਘੜੀ 50-50 ਡਿਵੀਜ਼ਨ ਜਿਹੜੀ ਆ ਉਹ ਪੂਰੀ ਉਸ ਦੇ ਵਿੱਚ ਹੈਗੀ ਆ, ਪਰ ਇਸ ਦਾ ਮਤਲਬ ਇਹ ਵੀ ਨਹੀਂ ਆ ਵੀ ਡੈਮੋਕ੍ਰੇਟਸ ਜਿਹੜੇ ਸਾਰੇ ਦੇ ਸਾਰੇ ਇਹ ਅਜਿਹੇ ਜਿਹੜੇ ਬਿੱਲ ਨੂੰ ਉਹ ਸਪੋਰਟ ਵੀ ਕਰਨਗੇ। ਜੀ, ਸੋ ਇਹਦੇ ਨਾਲ ਹੀ ਸਾਡਾ ਖਬਰਾਂ ਦਾ ਸਮਾਂ ਸਮਾਪਤ ਹੁੰਦਾ ਅਤੇ ਆਉਣ ਵਾਲਾ ਪ੍ਰੋਗਰਾਮ ਜਿਹੜਾ ਹੁਣ ਆਤਮਿਕ ਆਨੰਦ ਹੋਊਗਾ। ਜੀ, 11 ਵਜੇ ਤੱਕ ਆਤਮਿਕ ਆਨੰਦ, 11 ਤੋਂ 12:30 ਵਜੇ ਤੱਕ ਪ੍ਰੋਗਰਾਮ ਹਾਸੇ ਚਾਰੇ ਪਾਸੇ, 12:30 ਵਜੇ ਜਿਹੜਾ ਜੀ ਉਹ ਪ੍ਰੋਗਰਾਮ ਪੇਸ਼ ਕੀਤਾ ਜਾਊਗਾ, ਕੁਝ ਗੱਲਾਂ ਕੁਝ ਗੀਤ, ਫਿਰ 2 ਵਜੇ ਪ੍ਰੋਗਰਾਮ ਨਜ਼ਰੀਆ, 4 ਵਜੇ ਪ੍ਰੋਗਰਾਮ ਦੇਸੋਂ ਪ੍ਰਦੇਸ਼, ਅਤੇ ਫਿਰ 5:30 ਤੋਂ 7:30 ਵਜੇ ਤੱਕ ਜਿਹੜੇ ਸ਼ਾਮ ਦੇ ਗੁਰਬਾਣੀ ਦੇ ਪ੍ਰੋਗਰਾਮ, 7:30 ਵਜੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲਟਨ, 8:30 ਵਜੇ ਜਿਹੜਾ ਖਬਰ ਤੇ ਨਜ਼ਰ ਬਲਤੇਜ ਪੰਨੂੜਾ ਦੇ ਨਾਲ ਜਿਹੜਾ ਉਹ ਪੇਸ਼ ਹੋਊਗਾ। ਸੋ ਇੱਦਾਂ ਹੀ ਪ੍ਰੋਗਰਾਮ ਚੱਲਦੇ ਰਹਿਣਗੇ। ਅਤੇ ਹੁਣ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਅਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।